ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਆਨਲਾਈਨ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਹਰ ਸ਼ੁੱਕਰਵਾਰ ਅਸੀਂ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਂਦੇ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਵਰਿੰਦਰਪਾਲ ਸਿੰਘ ਜੀ ਜੋ ਸ਼ਬਦ ਸਾਡੇ ਨਾਲ ਵਿਚਾਰ ਕਰਨਗੇ, ਉਹ ਭਗਤ ਨਾਮਦੇਵ ਜੀ ਦਾ ਰਾਗ ਟੋਡੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਉਸ ਦੀ ਅੱਜ ਵਿਚਾਰ ਕਰਨਗੇ। तो उन्होंने बेनती है जी कि मूल मंत्र का पाठ करके आज के विचार आरंभ करो जी। वाहिगुरू जी का खालसा, वाहिगुरू जी की ਖਾਲਸਾ फतेह। ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅੱਜ ਸਿੱਖ ਮਿਸ਼ਨਰੀ ਕਾਲਜ ਦੇ ਗੁਰਮਤਿ ਕਲਾਸ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਪੈਨਲ ਨੇ ਜਿਹੜੀ ਡਿਊਟੀ ਲਾਈ ਹੈ ਸ਼ਬਦ ਵਿਚਾਰ ਦੀ, ਭਗਤ ਨਾਮਦੇਵ ਜੀ ਦੇ ਸ਼ਬਦ ਦੀ ਹੈ, ਜੋ ਕਿ ਟੋਡੀ ਰਾਗ ਵਿੱਚ 718 ਨੰਬਰ ਅੰਕ ਤੇ ਸੁਭਾਇਮਾਨ ਹੈ। ਆਪਾਂ ਪਹਿਲੇ ਸ਼ਬਦ ਨੂੰ ਪੜ੍ਹ ਲਈਏ, ਫਿਰ ਉਸ ਤੋਂ ਬਾਅਦ ਇਸ ਤੇ ਵਿਚਾਰ ਕਰਾਂਗੇ। ਟੋਡੀ ਬਾਣੀ ਭਗਤਾਂ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਛਲੀ ਮਾਛਲੀ ਚਰੈ ਖਜੂਰ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਉ। ਪੰਡਤ ਹੋਇ ਕੈ ਬੇਦ ਬਖਾਨਾ, ਮੂਰਖ ਨਾਮ ਦਿਓ ਰਾਮ ਮਹਿ ਜਾਨੈ। ਸਤਿਗੁਰੂ ਪਿਤਾ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਭਗਤ ਨਾਮਦੇਵ ਜੀ ਦੇ ਟੋਡੀ ਰਾਗ ਦੇ ਸ਼ਬਦ ਦੇ ਵਿੱਚ ਦੋ ਬੰਦ ਤੇ ਇੱਕ ਰਾਹੋ ਦਾ ਬੰਦ ਹੈ। ਰਾਹੋ ਦੇ ਬੰਦ ਨੂੰ ਅਸੀਂ ਜੇ ਵਿਚਾਰਾਂਗੇ ਤੇ ਬ੍ਰਹਮਣ ਦੀ ਵਿਸ਼ਾਲਤਾ ਔਰ ਮਨੁੱਖ ਦੇ ਅੰਦਰ ਜਿਹੜੀ ਭਰਮ ਭੁਲੇਖਿਆਂ ਦੀ ਭਟਕਣਾ ਸੀ, ਜਿਸ ਦੇ ਵਿੱਚੋਂ ਭਗਤੀ ਲਹਿਰ ਦੇ ਇਹਨਾਂ ਮਹਾਂਪੁਰਸ਼ਾਂ ਨੇ ਸੰਸਾਰ ਨੂੰ ਕੱਢਿਆ ਔਰ ਕੱਢ ਕੇ ਇੱਕ ਖੂਬਸੂਰਤ ਮਨੁੱਖੀ ਜੀਵਨ ਦੀ ਜਾਂਚ ਦਿੱਤੀ, ਜਿਸ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਪਣੇ 10 ਜਾਮਿਆਂ ਵਿੱਚ ਸੰਪਾਦਨਾ ਕਰਕੇ ਔਰ ਗੁਰੂ ਗੱਦੀ ਤੇ ਬਿਰਾਜਮਾਨ ਕੀਤਾ, ਸ਼ਬਦ ਗੁਰੂ ਨੂੰ ਗੁਰੂ ਬਣਾਇਆ, ਜੋ ਕਿ ਗੁਰੂ ਨਾਨਕ ਸਾਹਿਬ ਤੋਂ ਜਾਂ ਭਗਤਾਂ ਦੇ ਜੀਵਨ ਤੋਂ ਹੀ ਸ਼ਬਦ ਗੁਰੂ ਗੁਰੂ ਚੱਲਿਆ ਆ ਰਿਹਾ ਸੀ। ਉਸ ਨੂੰ ਪੱਕਿਆਂ 10ਵੇਂ ਜਾਮੇ ਸਤਿਗੁਰੂ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਡੇ ਸਾਹਮਣੇ 1708 ਵਿੱਚ ਗੁਰੂ ਗੱਦੀ ਤੇ ਬਿਰਾਜਮਾਨ ਕਰਕੇ ਸਾਰੀ ਮਨੁੱਖਤਾ ਦਾ ਗੁਰੂ, ਜਗਤ ਗੁਰੂ, ਗੁਰੂ ਗ੍ਰੰਥ ਸਾਹਿਬ ਬਣਾਤਾ। ਕਿਉਂਕਿ ਬਾਣੀ ਔਰ ਧਾਰਮਿਕ ਪੁਸਤਕਾਂ ਸਿਰਫ ਪੜ੍ਹਨ ਤੱਕ ਸੀਮਤ ਸਨ, ਜੀਵਨ ਵਿੱਚ ਅਪਣਾਉਣ ਦੀ ਕੋਈ ਗੱਲ ਨਹੀਂ ਕਰ ਰਿਹਾ ਸੀ, ਜਿਸ ਬਾਰੇ ਭਗਤ ਨਾਮਦੇਵ ਜੀ ਰਾਹੋ ਦੇ ਬੰਦ ਵਿੱਚ ਕਹਿੰਦੇ ਨੇ, ਕਾਏ ਰੇ ਬਕਬਾਦ ਲਾਇਓ। ਰੱਬ ਤੋਂ ਬਿਨਾਂ, ਰੱਬ ਦੀ ਹੁਕਮ ਤੋਂ ਬਿਨਾਂ, ਰੱਬ ਦੇ ਗੁਣਾਂ ਤੋਂ ਬਿਨਾਂ, ਜਿਸ ਕੰਮ ਲਈ ਮਨੁੱਖੀ ਜੀਵਨ ਨੂੰ ਭੇਜਿਆ ਹੈ ਉਸ ਤੋਂ ਬਿਨਾਂ ਕੋਈ ਵੀ ਡਿਸਕਸ਼ਨ, ਕੋਈ ਵਿਚਾਰ, ਕੋਈ ਵੀ ਕਰਨ ਦਾ ਵਿਸ਼ੇਸ਼ ਉਪਰਾਲਾ ਜਿਹੜਾ ਹੈ ਉਹ ਕੰਮ ਨਹੀਂ ਆਏਗਾ। ਇਹ ਤੇ ਸਿਰਫ ਇੱਕ ਕਿਸਮ ਦੀ ਇਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਕਿ ਕਿਸੇ ਮਨੁੱਖ ਨੇ ਸਿਰਫ ਵਿਚਾਰ ਤਾਂ ਕਰ ਲਈ ਹੈ, ਲੇਕਿਨ ਉਸ ਦੇ ਉੱਪਰ ਸਹੀ ਮਾਇਨੇ 'ਚ ਅਮਲ ਨਹੀਂ ਕੀਤਾ ਹੈ, ਜੀਵਨ ਨੂੰ ਅਮਲੀ ਜੀਵਨ ਨਹੀਂ ਬਣਾਇਆ ਹੈ।
ਕਿਉਂਕਿ ਧਰਮ ਦੀ ਪਰਿਭਾਸ਼ਾ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਗੱਲ ਨੂੰ ਸਪਸ਼ਟ ਕੀਤਾ ਹੈ ਪੰਜਵੇਂ ਜਾਮੇ 'ਚ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਨੇ, ਭਾਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ, ਸਰਬ ਧਰਮ ਮਹਿ ਸੇਸ਼ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ। ਹੁਣ ਜੇ ਸਾਰੀ ਵਿਚਾਰਾਂ ਨੂੰ ਕਰੀਏ ਤੇ ਕਬੀਰ ਜੀ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਜਿਹੜੇ ਉਸ ਟਾਈਮ ਦੇ ਅਖੌਤੀ ਵਿਦਵਾਨ ਸਨ, ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਸਨ, ਪੰਡਿਤ ਕਹਿੰਦੇ ਸਨ। ਉਸ ਦੇ ਉੱਪਰ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਜਿਹੜੀ ਗੱਲ ਰੱਖੀ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਭਾਗੇ, वेद पुराण पढ़े का क्या गुण, खर चंदन जस पारा, राम नाम की कत नहीं जानी, कैसे उतरस पारा। ਹੁਣ ਇਸ ਚੀਜ਼ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਭਗਤਾਂ ਨੇ ਸਾਡੇ ਸਾਹਮਣੇ ਰੱਖਿਆ ਕਿ ਧਾਰਮਿਕ ਗ੍ਰੰਥਾਂ ਦੀ ਗੱਲ ਆਪਾਂ ਕਰ ਰਹੇ ਹਾਂ, ਔਰ ਮੈਕਸਿਮਮ ਧਾਰਮਿਕ ਗ੍ਰੰਥ ਜਿਹੜੇ ਹਨ, ਮੈਂ ਕਿਸੇ ਦੀ ਨਿਖੇਧੀ ਨਹੀਂ ਕਰ ਰਿਹਾ, ਲੇਕਿਨ ਜੋ ਵਿਚਾਰ ਵਿੱਚ ਆਂਦਾ ਹੈ, ਕੰਪੈਰੀਜ਼ਨ ਸਟੱਡੀ ਕਰਦੇ ਹਾਂ ਭਗਤੀ ਲਹਿਰ ਦੇ ਬਾਣੀ ਦੇ ਆਧਾਰ ਤੇ, ਜਿੰਨੇ ਵੀ ਭਗਤੀ ਲਹਿਰ ਦੇ ਜਿੰਨੇ ਵੀ 35 ਮਹਾਂਪੁਰਸ਼ ਨੇ, ਸਭ ਦੇ ਨਾਲ ਤੇ ਇਹੀ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਕਹਾਣੀਆਂ ਦਾ ਸਹਾਰਾ ਲਿਆ ਗਿਆ ਮਨੁੱਖ ਨੂੰ ਸਮਝਾਉਣ ਵਾਸਤੇ ਰੱਬ ਦੇ ਪ੍ਰਤੀ, ਲੇਕਿਨ ਬਾਣੀ 'ਚ ਕਹਾਣੀਆਂ ਦਾ ਬਹੁਤਾ ਸਹਾਰਾ ਨਹੀਂ ਲਿਆ। ਸਿਰਫ ਪ੍ਰਮਾਣ ਦੇ ਤੌਰ ਤੇ ਕੁਝ ਚੀਜ਼ਾਂ ਜ਼ਰੂਰ ਵਰਤੀਆਂ ਨੇ ਜਿਹੜੀਆਂ ਪ੍ਰਚਲਿਤ ਸਨ। ਜਿਸ ਇਲਾਕੇ ਵਿੱਚ, ਜਿਸ ਦੇਸ਼ ਦੇ ਦੇਸ਼ਾਂਤਰ ਦੇ ਵਿੱਚ ਜਿਹੜੀਆਂ ਗੱਲਾਂ ਪ੍ਰਚਲਿਤ ਸਨ, ਉਹਨਾਂ ਨੂੰ ਆਧਾਰ ਬਣਾ ਕੇ ਰੱਬੀ ਇਕਸਾਰਤਾ, ਇੱਕ ਓੰਕਾਰ ਤੇ ਉਸ ਗੁਰਪ੍ਰਸਾਦ ਦੀ ਪਰਿਭਾਸ਼ਾ ਨੂੰ ਸਾਰੇ ਮਨੁੱਖਾਂ ਵਿੱਚ ਪੂਰਨ ਤੌਰ ਤੇ ਵਸਾਉਣ ਦੀ ਕੋਸ਼ਿਸ਼ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ 10 ਜਾਮਿਆਂ 'ਚ। ਹੁਣ ਇਹਨਾਂ ਗੱਲਾਂ ਨੂੰ ਜੇ ਸਪਸ਼ਟਤਾ ਨਾਲ ਸੋਚਣ ਦੀ ਕੋਸ਼ਿਸ਼ ਕਰੀਏ ਤੇ ਉਸ ਤੇ ਆਪਣਾ ਪੂਰਨ ਤੌਰ ਤੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਭਗਤ ਨਾਮਦੇਵ ਜੀ ਬਾਖੂਬਸੂਰਤ ਤਰੀਕੇ ਨਾਲ, ਬਹੁਤ ਹੀ ਸਰਲ ਤਰੀਕੇ ਨਾਲ ਸਾਡੇ ਅੰਦਰ ਇਸ ਗੱਲ ਨੂੰ ਵਸਾਉਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ ਪਿਆਰਿਓ ਰਹਾਉ ਦੇ ਬੰਦ ਵਿੱਚ, ਕਿ ਅਸੀਂ ਕਿਉਂ ਉਸ ਬਹਿਸ ਵਿੱਚ ਪੈ ਰਹੇ ਹਾਂ ਜਿਸ ਬਹਿਸ ਦੇ ਨਤੀਜੇ ਨਹੀਂ ਨਿਕਲਦੇ ਨੇ, ਔਰ ਨਾ ਹੀ ਨਿਕਲੇ। ਬਹੁਤ ਸਾਰੀ ਦੁਨੀਆ ਭਾਵੇਂ ਬਹਿਸ ਦੇਸ਼ ਨੂੰ ਵੰਡਣ ਦੀ ਹੋਵੇ, ਭਾਵੇਂ ਬਹਿਸ ਮਨੁੱਖ ਦੇ ਜੀਵਨ ਦੀ ਹੋਵੇ, ਭਾਵੇਂ ਬਹਿਸ ਰੱਬ ਦੀ ਪ੍ਰਾਪਤੀ ਦੀ ਹੋਵੇ, ਕਿਸੇ ਵੀ ਬਹਿਸ ਵਿੱਚ ਨਤੀਜੇ ਤਦ ਨਿਕਲਦੇ ਨੇ, ਰਿਜ਼ਲਟ ਤਦ ਸਾਡੇ ਸਾਹਮਣੇ ਆਉਂਦਾ ਹੈ ਜਦ ਉਹ ਵਿਚਾਰ ਸਾਰਥਕ ਹੋਵੇ, ਔਰ ਸਾਰਥਕ ਵਿਚਾਰਾਂ ਦੀ ਗੱਲ ਔਰ ਖੂਬਸੂਰਤ ਵਿਚਾਰਾਂ ਦੀ ਗੱਲ, ਆਦਾਨ ਪ੍ਰਦਾਨ ਦੀ ਗੱਲ ਸਿੱਧ ਗੋਸ਼ਟ ਦੇ ਅੰਦਰ ਗੁਰੂ ਨਾਨਕ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖਤੀਆਂ। ਜੇ ਅਸੀਂ ਸਹੀ ਤਰੀਕੇ ਨਾਲ ਸਿੱਧ ਗੋਸ਼ਟ ਦੀ ਬਾਣੀ ਨੂੰ ਸਮਝੀਏ ਤੇ ਬਹੁਤ ਸਾਰੇ ਸਾਡੇ ਭੁਲੇਖੇ ਉਸ ਰਾਹੀਂ ਵੀ ਦੂਰ ਹੁੰਦੇ ਨੇ। ਦੱਖਣੀ ਓਂਕਾਰ ਦੇ ਅੰਦਰ ਜੇ ਗੁਰੂ ਨਾਨਕ ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰੀਏ ਤੇ ਸਾਡੇ ਭੁਲੇਖੇ ਦੂਰ ਹੋ ਜਾਂਦੇ ਨੇ। ਸਾਰੇ ਸਿਮਰਨ ਦੇ ਪੱਖ ਵੀ ਕੰਪਲੀਟ ਹੁੰਦੇ ਨੇ, ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਵੀ। ਸੋ ਸਾਰੀਆਂ ਚੀਜ਼ਾਂ ਜੇ ਕਲੈਕਟਿਵ ਤੌਰ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਮੁੱਖ ਵਿਸ਼ਾ ਬਣਦਾ ਹੈ ਕਿ ਜਿੱਥੇ ਸਿਮਰਨ ਕਰਨਾ ਜ਼ਰੂਰੀ ਹੈ, ਉੱਥੇ ਗੁਣ ਧਾਰਨ ਕਰਨੇ ਉਨੇ ਹੀ ਜ਼ਰੂਰੀ ਨੇ ਜਿੰਨੇ ਕੁ ਅਸੀਂ ਭੋਜਨ ਖਾਣਾ ਜ਼ਰੂਰੀ ਸਮਝਦੇ ਹਾਂ, ਜਾਂ ਪਾਣੀ ਪੀਣਾ ਜ਼ਰੂਰੀ ਸਮਝਦੇ ਹਾਂ, ਸਵਾਸ ਲੈਣੇ ਜ਼ਰੂਰੀ ਸਮਝਦੇ ਹਾਂ ਸਰੀਰ ਲਈ। ਹੁਣ ਅਗਲੀ ਪੰਕਤੀ ਅੰਦਰ ਬੜੀ ਖੂਬਸੂਰਤੀ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਨਾਮਦੇਵ ਜੀ ਦੇ ਰਾਹੀਂ ਸਾਨੂੰ ਸਮਝਾਣਾ ਕੀਤਾ, ਜਿਨ ਹਰ ਪਾਇਓ ਤਿਨੈ ਛਪਾਇਓ। ਹੁਣ ਇਸ ਦੇ ਵਿੱਚ ਕਈ ਵਾਰੀ ਅਸੀਂ ਸੋਚਦੇ ਹਾਂ ਜਿਹਨੇ ਰੱਬ ਨੂੰ ਪਾ ਲਿਆ ਤੇ ਉਹਨੇ ਛੁਪਾ ਲਿਆ। ਐਸੀ ਗੱਲ ਨਹੀਂ ਇੱਥੇ ਮੈਨੂੰ ਸਮਝ ਹੀ ਆਉਂਦੀ। ਜੋ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ, ਉਹਨਾਂ ਤੇ ਇਹੀ ਲਿਖਿਆ ਹੈ, ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਹਨੇ ਆਪਣੇ ਆਪ ਨੂੰ ਲੁਕਾਇਆ ਹੈ, ਭਾਵ ਉਹ ਉਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿਦਿਆ ਦਾ ਢਿੰਡੋਰਾ ਨਹੀਂ ਦਿੰਦਾ। ਸੋ ਸਪਸ਼ਟ ਤੌਰ ਤੇ ਉਹਨਾਂ ਨੇ ਇਸ ਗੱਲ ਨੂੰ ਰੱਖਿਆ ਕਿ
ਉਹਨਾਂ ਧਾਰਮਿਕ ਗ੍ਰੰਥਾਂ ਦੇ ਢਿੰਡੋਰੇ ਦੇ ਨਾਲ ਰੱਬ ਦੀ ਪ੍ਰਾਪਤੀ ਦੇ ਨਾਲ ਕੋਈ ਲਿੰਕ ਨਹੀਂ ਬਣਾਉਂਦੇ। ਔਰ ਉਹ ਕਹਿੰਦੇ ਨੇ ਕਿ ਵਿਦਿਆ ਦਾ ਵਿਖਾਵਾ, ਵਿਦਿਆ ਰਾਹੀਂ ਠੀਕ ਹੈ ਮਨੁੱਖ ਨੂੰ ਜੀਵਨ ਜਾਚ ਦੀ ਸਮਝ ਆਉਂਦੀ ਹੈ, ਪਿਛਲੇ ਸਾਡੇ ਲੋਕਾਂ ਨੇ ਕੀ ਕੀਤਾ, ਕੀ ਲਿਖਿਆ, ਉਸ ਦੀ ਸਮਝ ਆਉਂਦੀ ਹੈ, ਸਾਨੂੰ ਕੀ ਕਰਨਾ ਚਾਹੀਦਾ ਉਸ ਦੀ ਸਮਝ ਆਉਂਦੀ ਹੈ। ਲੇਕਿਨ ਉਹ ਸਾਰੀਆਂ ਸਮਝ ਦੇ ਵਿਵੇਕ ਦੇ ਨਾਲ, ਉਸ ਗਿਆਨ ਦੇ ਨਾਲ ਅਸੀਂ ਅਗਲਾ ਜਿਹੜਾ ਰਾਸਤਾ, ਜਿਹੜਾ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨਾ ਹੈ, ਕਿਉਂਕਿ ਅਗਿਆਨਤਾ ਸਭ ਤੋਂ ਵੱਡਾ ਪਾਪ ਹੈ। ਜੇ ਪਾਪਾਂ ਵਿੱਚੋਂ ਪਾਪ ਸ੍ਰੇਸ਼ਟ ਪਾਪ ਸਮਝੀਏ ਤੇ ਉਹ ਪਾਪ ਅਗਿਆਨਤਾ ਹੈ। ਦੂਸਰੇ ਪਾਪ ਉਸ ਅਗਿਆਨਤਾ ਵਿੱਚੋਂ ਹੀ ਪੈਦਾ, ਉਹ ਜਨਨੀ ਹੈ, ਉਹ ਇੱਕ ਮਾਂ ਹੈ ਜਿਹੜੀ ਅਗਿਆਨਤਾ ਹੈ, ਉਹ ਸਾਨੂੰ ਉਸ ਪਾਪਾਂ ਵੱਲ, ਉਸ ਮਾੜੇ ਕਰਮਾਂ ਵੱਲ, ਉਹਨਾਂ ਚੀਜ਼ਾਂ ਵੱਲ ਪ੍ਰੇਰਦੀ ਹੈ। ਔਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਜੋ ਕਰ ਰਹੇ ਹਾਂ ਉਹ ਸਤਿਗੁਰੂ ਨੂੰ ਪਸੰਦ ਹੈ ਜਾਂ ਨਹੀਂ ਹੈ। ਤੇ ਇਸ ਗੱਲ ਨੂੰ ਬੜੀ ਸਪਸ਼ਟਤਾ ਦੇ ਨਾਲ ਸਮਝਾਇਆ ਕਿ ਢਿੰਡੋਰੇ ਦੇ ਨਾਲ ਗੱਲ ਨਹੀਂ ਬਣੇਗੀ। ਸਭ ਨੂੰ ਇਕੱਠੇ ਹੋ ਕੇ ਸਤਸੰਗੀ ਤੌਰ ਤੇ ਮਿਲ ਕੇ ਬੈਠ ਕੇ ਆਪਣੇ ਆਪਣੇ ਅੰਦਰ ਝਾਤ ਮਾਰਨੀ ਪਏਗੀ। ਆਪਣੇ ਅੰਦਰ ਝਾਤ ਮਾਰ ਕੇ ਖੁਦ ਨੂੰ ਬਦਲਣਾ ਪਏਗਾ। ਕਿਉਂਕਿ ਢਿੰਡੋਰਾ ਇਹ ਹੁੰਦਾ ਹੈ ਕਿ ਡਿਸਕਸ਼ਨ ਅਸੀਂ ਕਰ ਲਈ, ਬੜੇ ਅੱਛੇ ਵਿਦਵਾਨ ਬਣ ਗਏ, ਬੜੀ ਅੱਛੀ ਸਟੱਡੀ ਆ ਗਈ, ਹੋਣੀ ਚਾਹੀਦੀ, ਇਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਜੇ ਇਸ ਨੂੰ ਅਸੀਂ ਕਿੰਤੂ ਕਰਦੇ ਹਾਂ ਤੇ ਇਹ ਵੀ ਠੀਕ ਨਹੀਂ ਹੈ। ਕਈ ਵਾਰੀ ਕਈ ਸੱਜਣ ਇਹ ਕਹਿ ਦਿੰਦੇ ਨੇ ਕਿ ਪੜ੍ਹਨੇ ਦੀ ਕੀ ਲੋੜ ਹੈ, ਤੇ ਉੱਥੇ ਉਸ ਤੁਕ ਨੂੰ ਅਸੀਂ ਸਾਹਮਣੇ ਰੱਖ ਲੈਂਦੇ ਹਾਂ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਕਿਉਂ ਸਹਿਜ ਨਾ ਮਿਲੇ ਸੋਈ। ਕਬੀਰ ਜੀ ਦੀ ਇਸ ਪੰਕਤੀਆਂ ਨੂੰ ਸਾਹਮਣੇ ਰੱਖਦੇ ਹਾਂ। ਲੇਕਿਨ ਅਸੀਂ ਕਬੀਰ ਜੀ ਦੀ ਇਹਨਾਂ ਪੰਕਤੀਆਂ ਨੂੰ ਕਦੀ ਵੀ ਅੱਗੇ ਨਹੀਂ ਰੱਖਦੇ, ਕਦੀ ਨਹੀਂ ਵਿਚਾਰਨ ਲਈ ਰੱਖਦੇ ਕਿ ਦੋ ਗੱਲਾਂ ਜਿਹੜੀਆਂ ਉਹਨਾਂ ਨੇ ਗਿਆਨ ਦੇ ਪ੍ਰਤੀ ਕਹੀ ਹੈ। ਪਹਿਲੇ ਗਿਆਨ ਕਿਉਂ ਚਾਹੀਦਾ, ਇਸ ਦੇ ਪ੍ਰਤੀ ਉਹਨਾਂ ਨੇ ਸਮਝਾਣਾ ਕੀਤਾ ਕਿ ਕਬੀਰ ਮਨ ਸਮਝਾਉਣ ਕਾਰਨ ਕਛੂਕ ਪੜੀਏ ਗਿਆਨ। ਔਰ ਉਸ ਗਿਆਨ ਦੀ ਲੋੜ ਕਿਉਂ ਚਾਹੀਦੀ ਤੇ ਉਹਨਾਂ ਸਪਸ਼ਟ ਕੀਤਾ, ਕਬੀਰ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਹੁਣ ਇਸ ਗੱਲ ਨੂੰ ਸਾਹਮਣੇ ਰੱਖਤਾ ਕਿ ਬਈ ਗਿਆਨ ਹੀ ਅਸਲ ਧਰਮ ਨੂੰ ਸਮਝਣ ਦਾ ਸਹੀ ਤਰੀਕਾ ਤੇ ਮਨੁੱਖੀ ਜੀਵਨ ਨੂੰ ਬਦਲ ਕੇ ਖੂਬਸੂਰਤ ਬਣਾਉਣ ਦਾ। ਸਮਾਜ ਨੂੰ ਖੂਬਸੂਰਤ ਉਹੀ ਲੋਕ ਬਣਾ ਸਕਦੇ ਨੇ ਜਿਹੜੇ ਸਮਾਜ ਦੇ ਅੰਦਰ ਖੁਦ ਮਨ ਦੇ ਸੁੰਦਰ ਔਰ ਖੂਬਸੂਰਤ ਹੋਣ। ਸਰੀਰ ਦੇ ਤਾਕਤਵਰ ਲੋਕਾਂ ਨੂੰ ਵੀ ਸੰਸਾਰ ਨੇ ਦੇਖਿਆ, ਸਰੀਰ ਦੇ ਸੁੰਦਰ ਲੋਕਾਂ ਨੂੰ ਵੀ ਸੰਸਾਰ ਨੇ ਦੇਖਿਆ, ਸਰੀਰ ਦੇ ਵਿੱਚ ਉਹਨਾਂ ਧਨਵਾਨ ਲੋਕਾਂ ਨੂੰ, ਸੰਸਾਰਕ ਧਨਵਾਨ ਦੇ ਲੋਕਾਂ ਨੂੰ ਵੀ ਸੰਸਾਰ ਨੇ ਦੇਖਿਆ। ਉਹਨਾਂ ਨੇ ਸਿਵਾਏ ਜ਼ੁਲਮ ਤੋਂ ਕੋਈ ਵੀ ਚੀਜ਼ ਸਾਡੇ ਸਾਹਮਣੇ ਨਹੀਂ ਲਿਆਂਦੀ ਹੈ। ਸੋ ਇਸ ਗੱਲ ਨੂੰ ਸਪਸ਼ਟ ਤੌਰ ਤੇ ਸਮਝਣਾ ਪਏਗਾ ਕਿ ਭਗਤਾਂ ਦੀ ਬਾਣੀ ਨੂੰ ਸਾਨੂੰ ਇੱਕ ਓੰਕਾਰ ਤੇ ਸਤਿਗੁਰ ਪ੍ਰਸਾਦ ਦੀ ਪਰਿਭਾਸ਼ਾ ਹੀ ਸਮਝਣਾ ਪਏਗਾ, ਜੋ ਕਿ ਬਾਣੀ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਜ ਹੈ। ਔਰ ਹਰ ਗੁਰੂ ਵਿਅਕਤੀ ਦੀ ਬਾਣੀ ਸ਼ੁਰੂ ਹੁੰਦੀ ਹੈ ਜਾਂ ਕੋਈ ਸਬਜੈਕਟ ਸ਼ੁਰੂ ਹੁੰਦਾ ਹੈ, ਉਸ ਦੇ ਪ੍ਰਤੀ ਉਸ ਦੇ ਵਿੱਚ ਪਹਿਲਾਂ ਇਹ ਦਰਜ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਮੰਗਲਾਚਰਨ ਦੇ ਤੌਰ ਤੇ ਵੀ ਕਹਿੰਦੇ ਹਾਂ। ਲੇਕਿਨ ਜੋ ਵਿਚਾਰਾਂ ਵਿੱਚ ਔਰ ਵਿਦਵਾਨਾਂ ਦੀ ਗੱਲਾਂ ਦੇ ਨਾਲ ਸਾਨੂੰ ਸਮਝ ਵਿੱਚ ਆਉਂਦੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਚਾਰਾਂ ਦੀ ਵਿਚਾਰ ਕਰਦੇ ਹਾਂ ਤੇ ਸਾਨੂੰ ਇਹ ਸਮਝ ਆਉਂਦੀ ਹੈ। ਤੇ ਸਤਿਗੁਰੂ ਜੀ ਇਹ ਕਹਿੰਦੇ ਨੇ ਏਕਮ ਏਕੰਕਾਰ ਨਿਰਾਲਾ। ਉਸ ਰੱਬ ਦੀ ਗੱਲ, ਉਹ ਜਿਹੜਾ ਨਿਰਾਲਾ ਰੱਬ ਹੈ, ਜਿਸ ਦੇ ਬਾਰੇ ਕੋਈ ਨਹੀਂ ਜਾਣ ਪਾਉਂਦਾ ਕਦ ਕੌਣ ਆ ਰਿਹਾ ਹੈ। ਕਈ ਵਾਰੀ ਬੰਦਾ ਬਹੁਤ ਤੰਦਰੁਸਤ ਹੁੰਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਬਿਮਾਰੀ ਆ ਘੇਰਦੀ ਹੈ। ਕੋਈ ਬੰਦਾ ਬਹੁਤ ਕਮਜ਼ੋਰ ਹੁੰਦਾ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਕਦ ਉਹ ਤਾਕਤਵਰ ਹੋ ਕੇ, ਮਨ ਦੇ ਤੌਰ ਤੇ ਤਾਕਤਵਰ ਹੋ ਕੇ ਮਨੁੱਖਤਾ ਦਾ ਭਲਾ ਕਰ ਜਾਂਦਾ ਹੈ, ਮਨੁੱਖਤਾ ਦੇ ਵਿੱਚ ਉਹ ਕੰਮ ਕਰ ਜਾਂਦਾ ਹੈ ਜਿਸ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਹੁਣ ਇਸ ਦੀ ਸ਼ੁਰੂਆਤ ਜੇ ਆਪਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਸਤਿਗੁਰ ਨੇ ਪੰਚਮ ਪਾਤਸ਼ਾਹ ਨੇ ਦਰਜ ਕਰਕੇ ਕੀਤੀ ਹੈ, ਤੇ ਉਸ ਦੇ ਵਿੱਚ ਅਸੀਂ ਜੇ ਸਹੀ ਤਰੀਕੇ ਨਾਲ ਵਿਚਾਰ ਸਾਹਮਣੇ ਰੱਖੀਏ ਤੇ ਉਹ ਇਹੀ ਹੈ ਕਿ ਕਿਸੇ ਬਾਣੀ ਦੇ ਵਿੱਚ ਕੋਈ ਪ੍ਰਮਾਣ ਬਹੁਤਾ ਮਤਲਬ ਮੁੱਖ ਸੈਂਟਰਲ ਆਈਡੀਆ ਨਹੀਂ ਹੈ, ਕੇਂਦਰੀ ਭਾਵ ਨਹੀਂ ਹੈ। ਉਹ ਸਿਰਫ ਪ੍ਰਮਾਣ ਹੈ
ਕਿਸੇ ਚੀਜ਼ ਨੂੰ ਵੀ ਪ੍ਰਮਾਣ ਦੇ ਤੌਰ ਤੇ ਇਸ ਬਾਣੀ ਵਿੱਚ ਵੀ ਵਰਤਿਆ ਹੈ, ਉਹ ਵੀ ਅਸੀਂ ਵਿਚਾਰਾਂਗੇ। ਤੇ ਇੱਕ ਰੱਬ ਇੱਕ ਹੈ, ਔਰ ਸਭ ਨੂੰ ਇਹ ਸਮਝਣਾ ਪਏਗਾ ਕਿ ਮੈਥਮੈਟਿਕਸ ਦਾ ਏਕਾ ਲਾ ਕੇ ਸਤਿਗੁਰੂ ਨੇ ਉਸ ਗੱਲ ਦਾ ਵਿਸਰਾਮ ਲਾਤਾ ਕਿ ਰੱਬ ਕੋਈ ਕਿਸੇ ਵਰਗਾ ਹੋ ਸਕਦਾ ਹੈ, ਕੋਈ ਰੱਬ ਵਰਗਾ ਹੋ ਸਕਦਾ ਹੈ। ਰੱਬ ਯੂਨੀਵਰਸਲ ਤੌਰ ਤੇ ਇੱਕੋ ਹੀ ਹੈ, ਭਾਵੇਂ ਹਿੰਦੂ ਵੀਰ ਹੋਵੇ, ਭਾਵੇਂ ਮੁਸਲਮਾਨ ਵੀਰ ਹੋਵੇ, ਭਾਵੇਂ ਕ੍ਰਿਸਚਨ ਵੀਰ ਹੋਵੇ, ਭਾਵੇਂ ਜੈਨੀ ਬੋਧੀ, ਕੋਈ ਵੀ ਕੋਈ ਮੈਟਰ ਨਹੀਂ ਕਰਦਾ, ਕੋਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕੌਣ ਕੀ ਹੈ। ਸਾਰਿਆਂ ਦਾ ਰੱਬ ਉਹੀ ਹੈ, ਭਾਵੇਂ ਬਨਸਪਤੀ ਹੈ, ਹਵਾ ਹੈ, ਜਲ ਹੈ, ਮਿੱਟੀ ਹੈ, ਪਾਣੀ, ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਸਭ ਕੁਝ ਰੱਬ ਦੀ ਬਣਾਈ ਹੋਈ ਔਰ ਰੱਬ ਉਹਦੇ ਵਿੱਚ ਸਮਾਇਆ ਹੋਇਆ ਹੈ। ਇਸ ਗੱਲ ਦੀ ਸਪਸ਼ਟਤਾ ਜਿਹੜੀ ਹੈ ਸਤਿਗੁਰੂ ਨੇ ਬਾਣੀ ਵਿੱਚ ਵੀ ਕੀਤੀ ਹੈ, ਆਪਾਂ ਵਿਚਾਰ ਲਵਾਂਗੇ। ਓੰਕਾਰ ਦਾ ਮਤਲਬ ਉਹ ਸਭ ਥਾਂ ਤੇ ਹੈ, ਹਰ ਜਗ੍ਹਾ ਮੌਜੂਦ ਹੈ, ਉਸ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ। ਉਸ ਵਸਤੂ ਦੀ ਜਾਂ ਉਸ ਮਨੁੱਖ ਦੀ ਕੋਈ ਹਸਤੀ ਨਹੀਂ, ਕੋਈ ਜੀਵ ਦੀ ਹਸਤੀ ਨਹੀਂ ਜੇ ਰੱਬ ਉਸ ਦੇ ਵਿੱਚ ਨਾ ਹੋਵੇ। ਗੱਲ ਸਿਰਫ ਵਿਚਾਰਾਂ ਦੀ ਹੈ, ਔਰ ਵਿਚਾਰਾਂ ਨੂੰ ਪਵਿੱਤਰ ਕਰਨ ਦੀ ਹੈ, ਆਦਤ ਬਦਲਣ ਦੀ ਹੈ। ਜਿਹੜੀਆਂ ਆਦਤਾਂ ਸਾਡੇ ਅੰਦਰ ਪੈ ਚੁੱਕੀਆਂ ਹੈ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਬਦਲ ਕੇ ਇੱਕ ਗੁਰੂ ਨਾਨਕ ਸਤਿਗੁਰ ਦੇ ਹਿਸਾਬ ਨਾਲ ਅਸੀਂ ਮਨੁੱਖ ਬਣ ਸਕਦੇ ਹਾਂ। ਜੋ ਭਗਤੀ ਲਹਿਰੀ ਚ ਭਗਤਾਂ ਨੇ ਉਸ ਦਾ ਕੀਤਾ ਸੀ, ਆਪਣੇ ਅੰਦਰ ਕਲਪਨਾ ਬਣਾਈ ਸੀ ਕਿ ਕਿਸ ਤਰ੍ਹਾਂ ਸਮਾਜ ਸਿਰਜਿਆ ਜਾਏ, ਰਾਜੇ ਕਿਸ ਤਰ੍ਹਾਂ ਦੇ ਹੋਣ, ਧਾਰਮਿਕ ਅਵਸਥਾ ਕਿਸ ਤਰ੍ਹਾਂ ਦੀ ਹੋਈ, ਪਰਿਵਾਰਕ ਅਵਸਥਾ ਕਿਸ ਤਰ੍ਹਾਂ ਦੀ ਹੋਵੇ, ਸਮਾਜ ਕਿਸ ਤਰ੍ਹਾਂ ਦਾ ਹੋਵੇ। ਇਹ ਸਾਰਾ ਲਿੰਕਡ ਹੈ ਇੱਕ ਚੰਗੇ ਮਨੁੱਖ ਦੇ ਤਿਆਰ ਹੋਣ ਦੇ ਨਾਲ। ਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲੇ ਇਸ ਗੱਲ ਨੂੰ ਵਿਚਾਰ ਕੇ ਸ਼ਬਦ ਨੂੰ ਵਿਚਾਰਾਂਗੇ ਤੇ ਸਾਨੂੰ ਸਮਝ ਵਿੱਚ ਆਏਗਾ ਕਿ ਰੱਬ ਇੱਕ ਹੈ, ਉਹ ਸਭ ਜਗ੍ਹਾ ਮੌਜੂਦ ਹੈ। ਤੇ ਮਿਲਦਾ ਕਿਸ ਤਰ੍ਹਾਂ ਹੈ? ਸਤਿਗੁਰ, ਉਸ ਅਡੋਲ ਜਿਹੜਾ ਪ੍ਰਮਾਤਮਾ ਕਿਧਰੇ ਨਹੀਂ ਜਾਂਦਾ, ਉਹ ਹਰ ਜਗ੍ਹਾ ਮੌਜੂਦ ਹੈ, ਉਸ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ ਹੈ। ਉਸ ਤੇ ਦੱਸੇ ਹੋਏ ਗੁਰ ਦੇ ਨਾਲ, ਤਰੀਕੇ ਦੇ ਨਾਲ, ਪ੍ਰਸਾਦ ਦਾ ਮਤਲਬ ਗਿਆਨ, ਜੋ ਗਿਆਨ ਗੁਰੂ ਰਾਹੀਂ ਉਸ ਅਕਾਲ ਪੁਰਖ ਨੇ ਬਖਸ਼ਿਆ ਹੈ, ਉਸ ਅਕਾਲ ਪੁਰਖ ਦੇ ਰਾਹੀਂ ਮਿਲੇ ਹੋਏ ਗਿਆਨ ਨੂੰ ਗੁਰਬਾਣੀ ਵਿੱਚੋਂ ਪਾ ਕੇ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਦੇ ਹਾਂ ਤੇ ਇੱਕ ਚੰਗਾ ਇਨਸਾਨ ਬਣਨ ਦੇ ਰਾਹ ਤੇ ਤੁਰ ਸਕਦੇ ਹਾਂ। ਇਹ ਨਹੀਂ ਹੈ ਕਿ ਕੋਈ ਗਲਤੀ ਨਹੀਂ ਕਰੇਗਾ। ਸੰਸਾਰ ਵਿੱਚ ਜੋ ਵੀ ਆਇਆ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੀ ਪਰਿਭਾਸ਼ਾ ਸਾਨੂੰ ਸਮਝ ਕੇ ਚੱਲਣੀ ਚਾਹੀਦੀ। ਸਾਨੂੰ ਇੱਥੋਂ ਵੀ ਬਦਲਣਾ ਚਾਹੀਦਾ ਕਿ ਕਿਸੇ ਤੇ ਵੀ ਅਸੀਂ ਬਲੇਮ ਲਗਾ ਦਿੰਦੇ ਹਾਂ, ਲੇਕਿਨ ਆਪਣੇ ਔਗੁਣਾਂ ਦੇ ਉੱਪਰ ਧਿਆਨ ਨਹੀਂ ਕਰਦੇ। ਜਦ ਔਗੁਣਾਂ ਵੱਲ ਧਿਆਨ ਕਰਾਂਗੇ ਤੇ ਸਾਨੂੰ ਇਸ ਤੇ ਬਕਵਾਦ ਲਾਏ ਦੀ ਗੱਲ ਸਮਝ ਵਿੱਚ ਆ ਜਾਏਗੀ, ਔਰ ਸਮਝਣ ਦੇ ਨਾਲ ਅਸੀਂ ਸਹੀ ਹੁੰਦੇ ਜਾਵਾਂਗੇ, ਕਿਉਂਕਿ ਕਿਸੇ ਟਾਈਮ ਵਿੱਚ ਵੀ ਕੋਈ ਵੀ ਬਦਲ ਸਕਦਾ ਹੈ। ਆਪ ਜੀ ਸੱਜਣ ਠੱਗ ਨੂੰ ਦੇਖ ਲਓ, ਜੇ ਸਾਡੇ ਵਰਗਾ ਮਿਲਿਆ ਹੁੰਦਾ ਤੇ ਕਹਿੰਦਾ ਇਹ ਤੇ ਏਡਾ ਵੱਡਾ ਕਾਤਲ ਸੀ, ਕਿਸ ਤਰ੍ਹਾਂ ਭਗਤ ਹੋ ਸਕਦਾ ਹੈ, ਕਿਸ ਤਰ੍ਹਾਂ ਇੱਕ ਪ੍ਰਚਾਰਕ ਬਣ ਸਕਦਾ ਹੈ। ਜਾਂ ਕੌਡੇ ਭੀਲ ਨੂੰ ਦੇਖ ਲਈਏ, ਜਿਨ੍ਹਾਂ ਨੂੰ ਬਦਲ ਕੇ ਗੁਰੂ ਨਾਨਕ ਸਾਹਿਬ ਨੇ ਪ੍ਰਚਾਰਕ ਥਾਪਤਾ। ਹੁਣ ਪਹਿਲੀ ਪੰਕਤੀ ਦੇ ਅੰਦਰ ਸਤਿਗੁਰੂ ਜੀ ਨੇ ਉਹਨਾਂ ਚੀਜ਼ਾਂ ਨੂੰ, ਉਹਨਾਂ ਸਵਾਲਾਂ ਨੂੰ ਸਾਡੇ ਸਾਹਮਣੇ ਰੱਖਿਆ ਕਿ ਲੋਕ ਕੀ ਗੱਲ ਕਰ ਰਹੇ ਨੇ ਸੁਣ ਸੁਣਾ ਕੇ। ਜਿਸ ਤਰ੍ਹਾਂ ਸੋਦਰ ਦੀ ਬਾਣੀ ਚ ਇੱਕ ਸ਼ਬਦ ਨੂੰ ਅਸੀਂ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡਿਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੁਣ ਉਥੇ ਸੁਣ ਕੇ ਅਸੀਂ ਉਹਨੂੰ ਵੱਡਾ ਕਹਿ ਰਹੇ, ਜਦ ਅਸੀਂ ਮੰਨ ਕੇ ਵੱਡਾ ਕਹਾਂਗੇ ਤਬਦੀਲੀ ਤਦ ਆਏਗੀ। ਅਸੀਂ ਸੁਣ ਲਿਆ ਕਿਸੇ ਨੇ ਦੱਸਤਾ ਉਹ ਵੱਡਾ ਹੈ, ਉਹ ਅਮੀਰ ਹੈ, ਤੇ ਅਸੀਂ ਜਾਣ ਲਿਆ। ਜਦ ਅਸੀਂ ਉਹਦੇ ਕੋਲ ਜਾਵਾਂਗੇ, ਉਹਦੇ ਨਾਲ ਰਵਾਂਗੇ, ਤੇ ਸਾਨੂੰ ਪਤਾ ਲੱਗੇਗਾ ਕਿ ਵਾਕਈ ਉਹ ਸਿਰਫ ਧਨ ਦਾ ਅਮੀਰ ਹੈ, ਜਾਂ ਮਨ ਦਾ ਵੀ ਅਮੀਰ ਹੈ, ਗੁਣਾਂ ਦਾ ਵੀ ਅਮੀਰ ਹੈ। ਅਮੀਰ ਸਿਰਫ ਧਨ ਦਾ ਨਹੀਂ ਹੁੰਦਾ। ਅਮੀਰ ਉਹ ਹੁੰਦਾ ਜਿਹਦੇ ਵਿੱਚ ਸਰਵ ਪੱਖੀ ਵਿਕਾਸ ਹੋਵੇ, ਔਰ ਉਹ ਹਰ ਪੱਖ ਨੂੰ ਸਮਝ ਕੇ ਸਾਰਿਆਂ ਦੇ ਨਾਲ ਬਰਾਬਰੀ ਦਾ ਵਿਵਹਾਰ ਕਰਦਾ ਹੋ, ਇਕੁਅਲ ਵਿਵਹਾਰ ਕਰਦਾ ਹੈ। ਤੇ ਸਤਿਗੁਰੂ ਜੀ ਨੇ ਹੁਣ ਇਸ ਗੱਲ ਨੂੰ ਰੱਖਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਨਾਮਦੇਵ ਜੀ ਰਾਹੀਂ ਸਾਡੇ ਸਾਹਮਣੇ ਗੱਲ ਰੱਖੀ, ਕੋਈ ਬੋਲੇ ਨਿਰਵਾਹ। ਹੁਣ ਇਹ ਨਿਰਵਾਹ ਸ਼ਬਦ ਸਾਡੇ ਸਾਹਮਣੇ ਆਂਦਾ ਹੈ ਤਕਰੀਬਨ ਮਹਾਰਾਸ਼ਟਰ ਦੀ ਬੋਲੀ ਔਰ ਰਾਜਸਥਾਨ ਦੇ ਬਾਰਡਰ ਦੀ ਬੋਲੀ ਵਿੱਚੋਂ ਨਿਰਵਾਹ ਸ਼ਬਦ ਵਰਤਿਆ ਹੈ, ਕਿਉਂਕਿ ਉੱਥੇ ਦੇ ਹੀ ਰਹਿਣ ਵਾਲੇ ਸਨ ਭਗਤ ਨਾਮਦੇਵ ਜੀ, ਤੇ ਉਸ ਬੋਲੀ ਦਾ ਵੀ ਪ੍ਰਭਾਵ ਸੀ। ਤੇ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਦੱਸਿਆ ਕਿ ਕੋਈ ਤੇ ਇਹ ਬੋਲ ਰਿਹਾ ਕਿ ਬੜਾ ਨੇੜੇ ਹੈ, ਕੋਈ ਬੋਲੇ ਦੂਰ। ਹੁਣ ਕੋਈ ਤੇ ਬੋਲਦਾ ਹੈ ਦੂਰ ਹੈ, ਕਿਉਂਕਿ ਕਿਸੇ ਨੇ ਕਿਹਾ 7ਵੇਂ ਅਸਮਾਨ ਤੇ ਹੈ, ਕਿਸੇ ਨੇ ਕਿਹਾ
2 ਸਾਲ ਲੱਗਦੇ ਨੇ। ਪਹਿਲਾਂ ਧਰਮਰਾਜ ਕੋਲ ਜਾਣਾ ਪੈਂਦਾ ਮਰਨ ਤੋਂ ਬਾਅਦ, ਫਿਰ ਧਰਮਰਾਜ ਜਾ ਕੇ ਕਿਤੇ ਸਵਰਗ ਜਾਂ ਨਰਕ 'ਚ ਅਖੌਤੀ ਸਵਰਗ ਨਰਕ 'ਚ ਪਾ ਦਿੰਦਾ, ਤੇ ਉੱਥੋਂ ਨਿਪਟਣ ਤੋਂ ਬਾਅਦ ਕਿਤੇ ਰੱਬ ਕੋਲ ਜਾਣਾ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਹੈ ਨਹੀਂ। ਪੂਰੇ ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦੇ ਉੱਪਰ ਸਾਨੂੰ ਅਲਰਟ ਕਰਦੇ ਨੇ ਕਿ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਭਟਕਾਉਣ ਵਾਸਤੇ ਜ਼ਿਆਦਾ ਕੰਮ ਕਰਦੀਆਂ ਨੇ, ਔਰ ਉਹ ਕਰਮ ਕਾਂਡ ਦੀ ਉਸ ਪਰਿਭਾਸ਼ਾ ਵੱਲ ਜ਼ਿਆਦਾ ਤੋਰ ਦਿੰਦੀਆਂ ਨੇ। ਅਸੀਂ ਫਿਰ ਮੁੜ ਤੁੜ ਕੇ ਉਸੇ ਵੱਲ ਚਲੇ ਜਾਂਦੇ ਹਾਂ, ਜੋ ਕਿ ਸਵਰਗ ਨਰਕ ਦੀਆਂ ਗੱਲਾਂ, ਪਾਖੰਡ ਦੀਆਂ ਗੱਲਾਂ, ਦਿਖਾਵੇ ਦੀਆਂ ਗੱਲਾਂ, ਉਮਰ ਵਧਾਉਣ ਦੀਆਂ ਗੱਲਾਂ, ਜਾਂ ਸਵਰਗ ਔਰ ਨਰਕ ਦੀ ਗੱਲ, ਜਾਂ ਫਿਰ ਕਿਸੇ ਦੇ ਉੱਪਰ ਤਾਕਤਵਰ ਹੋਣ ਦੀ ਗੱਲ, ਕਿਸੇ ਨੂੰ ਜਿੱਤਣ ਦੀ ਗੱਲ, ਕਿਸੇ ਨੂੰ ਮਾਰਨ ਦੀ ਗੱਲ। ਇਹਨਾਂ ਗੱਲਾਂ ਤੇ ਹੀ ਅਸੀਂ ਜਾ ਕੇ ਕੇਂਦਰਿਤ ਹੁੰਦੇ ਹਾਂ, ਜੋ ਕਿ ਜੋਗੀ ਵੀ ਹੋ ਰਹੇ ਸਨ, ਜਿਸ ਬਾਰੇ ਸਤਿਗੁਰੂ ਨੇ ਸਪਸ਼ਟ ਕੀਤਾ, ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਤ, ਤਿੰਨੇ ਉਜਾੜੇ ਕਾ ਬੰਦ। ਹੁਣ ਉਹਦੀ ਪਰਿਭਾਸ਼ਾ ਦੇ ਨਾਲ ਵੀ ਜਵਾਬ ਉਹਨਾਂ ਨੇ ਸਭ ਦੇ ਦਰਜ ਕੀਤੇ ਨੇ। ਇਹ ਨਹੀਂ ਕਿ ਖਾਲੀ ਦੱਸਤਾ ਹੈ ਕਿ ਬਈ ਉਹ ਐਸੇ ਨੇ, ਉਹਨਾਂ ਦੇ ਅੰਦਰ ਗੁਣ ਕੈਸੇ ਹੋਣੇ ਚਾਹੀਦੇ ਉਹ ਵੀ ਉਹਨਾਂ ਨੇ ਰੱਖੇ ਨੇ। ਤੇ ਉਹਨਾਂ ਨੂੰ ਅਸੀਂ ਕਾਜੀ ਸੋ ਜੋ ਉਲਟੀ ਕਰੇ, ਜੋਗੀ ਸੋ ਜੋ ਜੁਗਤ ਪਛਾਣੇ। ਫਿਰ ਉੱਥੇ ਦਰ ਨਾਲ ਦੱਸਿਆ ਕਿ ਬ੍ਰਾਹਮਣ ਸੋ ਜੋ ਬ੍ਰਹਮ ਵਿਚਾਰਿਆ। ਹੁਣ ਜੀਵਨ ਦੇ ਉਸ ਪੱਖ ਨੂੰ ਵੀ ਰੱਖਤਾ, ਜਿੱਥੇ ਹਿੰਦੂ ਵੀਰ ਨੂੰ ਸੁਲਝੇ ਹੋਏ ਤਰੀਕੇ ਨਾਲ ਸਮਝ ਕੇ ਚੱਲਣ ਦੀ ਗੱਲ ਕੀਤੀ, ਉੱਥੇ ਮੁਸਲਮਾਨ ਵੀਰ ਨੂੰ ਵੀ ਚੰਗੇ ਨਮਾਜ਼ੀ ਔਰ ਚੰਗੇ ਮੁਸਲਮਾਨ ਬਣਨ ਦੀ ਗੱਲ ਕੀਤੀ। ਉੱਥੇ ਹਰ ਇੱਕ ਵੀਰ ਦੇ ਵਾਸਤੇ, ਜੋਗੀਆਂ ਦੇ ਵਾਸਤੇ ਵੀ ਉਹੀ ਗੱਲਾਂ ਰੱਖੀਆਂ, ਜਿਸ ਰਾਹੀਂ ਉਹ ਇੱਕ ਨੇਕ ਇਨਸਾਨ ਬਣ ਕੇ ਸਮਾਜ ਨੂੰ ਸਹੀ ਦਿਸ਼ਾ ਔਰ ਖੂਬਸੂਰਤ ਸਮਾਜ ਬਣਾ ਸਕਦੇ ਹਨ। ਤੇ ਉਸ ਦੇ ਵੱਲ ਪ੍ਰੇਰਿਤ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਾਹੀਂ ਭਗਤ ਨਾਮਦੇਵ ਜੀ ਕਹਿੰਦੇ, ਕੋਈ ਬੋਲੇ ਨਿਰਵਾ, ਕੋਈ ਤੇ ਇਹ ਕਹਿ ਰਿਹਾ ਨੇੜੇ ਹੈ, ਕੋਈ ਇਹ ਕਹਿ ਰਿਹਾ ਦੂਰ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਾਰ-ਬਾਰ ਇਹੀ ਸਮਝਾਇਆ ਗਿਆ ਕਿ ਰੱਬ ਨੇੜੇ ਹੈ, ਨੇੜੇ ਹੂ ਤੇ ਨੇੜੇ। ਰਵਿਦਾਸ ਜੀ ਕਹਤਾ, ਰਵਿਦਾਸ ਹਾਥ ਨੇੜੇ, ਹੱਥ ਤੋਂ ਵੀ ਨੇੜੇ ਹੈ। ਸੋ ਹੱਥ ਸਰੀਰ ਦੇ ਅੰਗ ਵਿੱਚ ਚਲਾ ਜਾਂਦਾ। ਮਤਲਬ ਇਹ ਢੰਗ ਸੀ ਸਮਝਾਉਣ ਦਾ ਕਿ ਹੱਥ ਦੀ ਗੱਲ ਨੇੜੇ ਹੋਣ ਦੀ ਗੱਲ ਨਹੀਂ ਹੈ। ਹੁਣ ਸਾਡੇ ਅੰਦਰ ਜੇ ਇੱਕ ਬੂੰਦ ਹੈ, ਉਸਦੇ ਵਿੱਚ ਵੀ ਰੱਬ ਹੈ। ਸਾਡੇ ਅੰਦਰ ਇੱਕ ਕੈਮੀਕਲ ਵਰਕ ਕਰ ਰਿਹਾ, ਉਹਦੇ ਵਿੱਚ ਨਸ ਹੈ, ਉਹਦੇ ਵਿੱਚ ਵੀ ਰੱਬ ਹੈ। ਸਾਡੀ ਬਾਡੀ ਦੇ ਅੰਦਰ ਜਿਹੜੀ ਮਿੱਟੀ ਹੈ, ਉਸ ਵਿੱਚ ਵੀ ਰੱਬ ਹੈ, ਕਿਉਂਕਿ ਜਲ ਥਲ ਮਹੀਲ ਰਵ ਰਿਹਾ ਸੋਏ, ਰਵ ਰਿਹਾ ਦੀ ਗੱਲ ਹੈ, ਸਮਾਏ ਹੋਏ ਦੀ ਗੱਲ ਹੈ, ਉਹਦੇ ਚ ਲੀਨ ਹੋਣ ਦੀ ਗੱਲ ਹੈ। ਜਿਸ ਬਾਰੇ ਸਤਿਗੁਰੂ ਜੀ ਨੇ ਆਸਾ ਕੀ ਵਾਰ ਦੀ ਬਾਣੀ ਦੇ ਅੰਦਰ ਸਾਡੇ ਸਾਹਮਣੇ ਪੱਖ ਰੱਖ ਵੀ ਦਿੱਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਵਿੱਚ ਆਸਣ ਡਿਠੋ ਚਾਓ। ਉਹਨਾਂ ਬੜਾ ਖੂਬਸੂਰਤ ਤਰੀਕੇ ਨਾਲ ਰੱਖਿਆ ਕਿ ਉਹ ਉਸੇ ਵਿੱਚ ਆਸਣ ਲਾ ਕੇ ਬੈਠਾ। ਇਸ ਦਾ ਮਤਲਬ ਹੈ ਸਾਡੇ ਤੋਂ ਦੂਰ ਨਹੀਂ ਹੈ, ਸਾਡੇ ਕੀਤੇ ਹੋਏ ਕਰਮਾਂ ਨੂੰ ਉਹ ਅੰਦਰੋਂ ਹੀ ਵਾਚ ਰਿਹਾ, ਔਰ ਸਾਡੇ ਕੀਤੇ ਕਰਮਾਂ ਦੇ ਹੀ ਨਤੀਜੇ ਹਨ, ਕਿਉਂਕਿ ਅੱਗੇ ਕਰਨੀ ਕੀਰਤ ਵਾਚੀ, ਸਪਸ਼ਟ ਗੱਲ ਹੈ। ਅੱਗੇ ਸਿਮਰਨ ਦੇ ਨਾਲ ਜੇ ਕਰਨੀ ਸਾਡੀ ਠੀਕ ਨਾ ਹੋਈ, ਸਾਡੀ ਕੀਰਤੀ ਕਮਾਈ ਵੀ ਠੀਕ ਨਾ ਹੋਈ, ਕਮਾਈ ਧਨ ਦੀ ਵੀ ਹੋ ਸਕਦੀ ਹੈ, ਨਾਮ ਦੀ ਵੀ ਹੋ ਸਕਦੀ ਹੈ, ਚੰਗੇ ਗੁਣਾਂ ਦੀ ਹੋ ਸਕਦੀ ਹੈ। ਤੇ ਉਸ ਗੱਲ ਨੂੰ ਸਤਿਗੁਰੂ ਜੀ ਦੇ ਰਾਹੀਂ, ਗੁਰੂ ਗ੍ਰੰਥ ਸਾਹਿਬ ਰਾਹੀਂ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਇਹ ਗੱਲ ਵਿਚਾਰਨ ਤੋਂ ਪਹਿਲਾਂ ਸਾਨੂੰ ਕਿਸੇ ਵੀ ਗੱਲ ਕਰਨ ਲਈ ਰੱਬ ਜੀ ਦੀ ਗੱਲ ਕਰਨੀ ਚਾਹੀਦੀ, ਤੇ ਤਾਂ ਹੀ ਅਸੀਂ ਨਿਰਭਉ ਬਣ ਕੇ ਗੱਲ ਕਰ ਪਾਂਗੇ। ਕਿਉਂਕਿ ਨਿਰਭਉ ਜਪੈ ਸਗਲ ਪਉ ਮਿਟੇ। ਪਹਿਲਾਂ ਨਿਰਭਉ ਹੋਣਾ ਪਏਗਾ, ਮੌਤ ਦਾ ਡਰ ਖਤਮ ਕਰਨਾ ਪਏਗਾ, ਦੁਨੀਆ ਦੇ ਉਹਨਾਂ ਡਰਾਂ ਨੂੰ ਖਤਮ ਕਰਨਾ ਪਏਗਾ ਜਿਨ੍ਹਾਂ ਕਰਕੇ ਅਸੀਂ ਡਰਦੇ ਹੋਏ ਅਸੀਂ ਗੱਲ ਨਹੀਂ ਕਰਦੇ ਹਾਂ। ਉਹ ਭਾਵੇਂ ਸਟੇਜ ਤੇ ਹੈ, ਭਾਵੇਂ ਧਾਰਮਿਕ ਸਥਾਨ ਤੇ, ਭਾਵੇਂ ਘਰ ਵਿੱਚ ਹੈ। ਉਸ ਨੂੰ ਢੰਗ ਨੂੰ ਗੱਲ ਕਰਨ ਦੇ ਢੰਗ ਨੂੰ ਵੀ ਸਾਨੂੰ ਵਰਤਣਾ ਸਮਝਣਾ ਪਏਗਾ, ਕਿਸ ਤਰ੍ਹਾਂ ਵਰਤਣਾ ਹੈ। ਹੁਣ ਇੱਥੇ ਪ੍ਰਮਾਣ ਦੇ ਤੌਰ ਤੇ ਕਿੰਨਾ ਖੂਬਸੂਰਤ ਕਿਹਾ, ਜਲ ਕੀ ਮਾਛਲੀ ਚਰੈ ਖਜੂਰ। ਹੁਣ ਇੱਧਰ ਅਸੀਂ ਇਹ ਮਛਲੀ ਬੋਲਦੇ ਹਾਂ, ਉੱਥੇ ਮਾਛਲੀ ਬੋਲਦੇ ਨੇ। ਆਪ ਜਾ ਕੇ ਕਿਤੇ ਉਹਨਾਂ ਨਾਲ ਰੋਡ ਨੇੜੇ ਤੇੜੇ ਪਿੰਡਾਂ ਵਿੱਚ ਤੇ ਇਹ ਮਾਛਲੀ ਹੀ ਬੋਲਦੇ ਨੇ, ਤੇ ਤਕਰੀਬਨ ਬੰਗਾਲ ਵਿੱਚ ਵੀ ਮਾਛਲੀ ਹੀ ਬੋਲਦੇ ਨੇ। ਜੋ ਵੀ ਏਰੀਏ ਹਨ ਬ੍ਰਿਜ ਭਾਸ਼ਾ ਦੇ, ਉੱਥੇ ਜ਼ਿਆਦਾਤਰ ਮਛਲੀ ਬੋਲੀ ਜਾਂਦੀ ਹੈ। ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਦਾ ਕੰਮ ਹੈ, ਬਹਿਸ ਇਸ ਤਰ੍ਹਾਂ ਦਾ ਕੰਮ ਹੈ, ਜਿਸ ਤਰ੍ਹਾਂ
ਕੋਈ ਇਹ ਬਹਿਸ ਕਰ ਰਿਹਾ ਕਿ ਮਛਲੀ ਜਿਹੜੀ ਹੈ ਉਹ ਖਜੂਰ ਤੇ ਚੜ੍ਹ ਜਾਏਗੀ। ਹੁਣ ਇਸ ਗੱਲ ਦੇ ਪਿੱਛੇ ਪਤਾ ਨਹੀਂ ਕਿੰਨੀਆਂ ਬਹਿਸਾਂ ਆਪਸ ਵਿੱਚ ਹੀ ਹੋ ਗਈਆਂ ਕਿ ਲੋ ਜੀ ਕੋਈ ਕਹਿੰਦੇ ਨੇ ਜੀ ਗੁਰੂ ਮਹਾਰਾਜ ਨੇ ਕਿਹਾ ਜੀ ਮਛਲੀ ਖਜੂਰ ਤੇ ਚੜ੍ਹ ਸਕਦੀ। ਗੱਲ ਤੇ ਖਜੂਰ ਤੇ ਚੜਾਉਣ ਦੀ ਨਹੀਂ ਹੈ, ਗੱਲ ਪੇੜ ਦੇ ਉੱਪਰ ਮੱਛੀ ਚੜ੍ਹ ਜਾਏ ਇਹਦਾ ਵੀ ਮਕਸਦ ਨਹੀਂ। ਰੱਬ ਚਾਹੇ ਤੇ ਬਹੁਤ ਕੁਝ ਕਰ ਸਕਦਾ ਹੈ, ਕਰਾ ਸਕਦਾ ਹੈ, ਉਹਦੀ ਆਪਣੀ ਉਹ ਹੈ। ਕਈ ਵਾਰੀ ਸਾਡੇ ਕੋਲ ਐਸੇ ਪ੍ਰਮਾਣ ਆ ਜਾਂਦੇ ਨੇ, ਸੋਚ ਕੇ ਵੀ ਹੈਰਾਨ ਹੋ ਜਾਂਦਾ ਹੈ, ਅਚੰਭਿਤ ਹੋ ਜਾਂਦਾ ਬੰਦਾ। ਇੱਕ ਸਾਡੇ ਕੋਲ ਡਾਕਟਰ ਸਾਹਿਬ ਸਨ, ਉਹ ਸਰਕਾਰੀ ਡਾਕਟਰ ਸਨ, ਤੇ ਉਹਨਾਂ ਦੇ ਕੋਲ ਇੱਕ ਡੈਡ ਬੋਡੀ ਆਈ ਤੇ ਐਕਸੀਡੈਂਟਲ ਡੈਡ ਬੋਡੀ ਸੀ, ਕੋਈ ਨਿਸ਼ਾਨ ਨਹੀਂ, ਲੇਕਿਨ ਗੱਡੀ ਨੂੰ ਧੱਕਾ ਲੱਗਿਆ, ਉਹਨਾਂ ਦੀ ਡੈਡ ਹੋਈ ਬੋਡੀ, ਤੇ ਉਹ ਉੱਥੇ ਆ ਗਈ ਉਹਨਾਂ ਕੋਲ, ਉਹਨਾਂ ਨੇ ਉਹਦਾ ਪੋਸਟਮਾਰਟਮ ਕੀਤਾ ਤੇ ਉਹਨਾਂ ਨੇ ਹੀ ਦੱਸਿਆ, ਕਿਉਂਕਿ ਸਾਡੀ ਗੁਰਮਤਿ ਕਲਾਸ ਵਿੱਚ ਉਹ ਆਉਂਦੇ ਸਨ ਜਮਾਲਪੁਰ ਦੇ ਏਰੀਏ, ਕਹਿੰਦੇ ਨੇ ਕਿ ਇੱਕਦਮ ਹਾਰਡ ਉਸਦਾ ਵੱਖਰਾ ਪਿਆ ਹੋਇਆ ਸੀ। ਹੁਣ ਸੋਚ ਕੇ ਦੇਖੋ, ਹਾਰਡ ਵੱਖਰਾ, ਬਿਲਕੁਲ ਨਸਾਂ ਤੋਂ ਵੱਖਰਾ ਹੋ ਗਿਆ। ਰੱਬ ਜੀ ਦੀ ਰਚਨਾ ਤੇ ਰੱਬ ਜੀ ਦੀ ਖੇਡ ਦੇ ਬਾਰੇ ਸਾਡੇ ਬਹਿਸ ਕਰਨਾ ਹੀ ਸਾਡੀ ਇੱਕ ਕਿਸਮ ਨਾਲ ਮੂਰਖਤਾ ਹੈ। ਅਸੀਂ ਮਰਨ ਤੋਂ ਪਹਿਲੇ ਦੀ ਜਿਹੜੀ ਗੱਲ ਕਰਦੇ ਹਾਂ ਉਹ ਤੇ ਮੈਟਰ ਰੱਬ ਜੀ ਦਾ, ਤੇ ਮਰਨ ਤੋਂ ਬਾਅਦ ਦੀ ਗੱਲ ਕਰਦੇ ਹਾਂ ਉਹ ਵੀ ਮੈਟਰ ਰੱਬ ਜੀ ਦਾ। ਸ੍ਰਿਸ਼ਟੀ ਦੇ ਵਿੱਚ ਕਿਸੇ ਦੀ ਉਮਰ ਵਧਾਉਣ ਜਾਂ ਘਟਾਉਣ ਦੀ ਗੱਲ ਕਰਦੇ ਹਾਂ ਉਹ ਵੀ ਮੈਟਰ ਰੱਬ ਜੀ ਦਾ। ਹੁਣ ਇਹ ਸਾਰੇ ਜਿੰਨੇ ਮੈਟਰ ਰੱਬ ਜੀ ਦੇ ਨੇ, ਜਿਸ ਬਾਰੇ ਸੰਕੇਤ ਭਗਤ ਨਾਮਦੇਵ ਜੀ ਰਾਹ ਦੇ ਬੰਦ ਵਿੱਚ ਦੇ ਕੇ ਸਾਨੂੰ ਸਮਝਾ ਰਹੇ ਨੇ, ਕਾਏ ਰੇ ਬਕਬਾਦ ਲਾਇਓ। ਕਿਉਂ ਇਸ ਬਹਿਸ ਵਿੱਚ ਜਿਹੜਾ ਮੈਟਰ ਹੀ ਰੱਬ ਜੀ ਦਾ, ਉਸ ਦੇ ਨਾਲ ਤੇਰਾ ਮਸਲਾ ਹੱਲ ਨਹੀਂ ਹੋਣਾ। ਤੇ ਅਸੀਂ ਮੱਛੀ ਨੂੰ ਪੇੜ ਤੇ ਚੜਾਉਣ ਵਿੱਚ ਜ਼ਿਆਦਾ ਬਿਲੀਵ ਕਰ ਰਹੇ ਹਾਂ। ਤੇ ਰੱਬ ਜੀ ਦਾ ਮਸਲਾ ਉਹਨਾਂ ਨੇ ਮੱਛੀ ਨੂੰ ਰੱਬ ਵਿੱਚ ਪਾਇਆ, ਮੱਛੀ ਚ ਪਾਇਆ, ਉਹ ਤਾਂ ਵੀ ਪ੍ਰਮਾਣ ਦੇ ਦਿੱਤੇ। ਪ੍ਰਮਾਣ, ਉਸ ਪ੍ਰਮਾਣ ਨੂੰ ਅਸੀਂ ਸੁਣ ਹੀ ਨਹੀਂ ਰਹੇ ਕਿ ਜਿਹਦੇ ਚ ਕਿਹਾ ਕਿ ਜਲ ਕੀ ਜਿਹੜੀ ਮੀਨ ਜਿਹੜੀ ਹੈ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਔਰ ਉਸਦੇ ਵਿੱਚ ਪ੍ਰਮਾਣਾਂ ਵਿੱਚ ਦੇ ਰਹੇ ਨੇ ਹਵਾ, ਆਕਸੀਜਨ ਤੋਂ ਬਿਨਾਂ ਬੰਦਾ ਨਹੀਂ ਰਹਿ ਸਕਦਾ। ਸੋ ਇਹ ਚੀਜ਼ਾਂ ਨੂੰ ਨਹੀਂ ਪ੍ਰਮਾਣ ਵਿੱਚ ਰੱਖਦੇ, ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਮਾਣ ਵਿੱਚ ਰੱਖਦੇ ਹਾਂ ਜਿਸ ਨੂੰ ਮਤਲਬ ਅਸੀਂ ਮਿਰਾਈਕਲ ਦੇ ਤੌਰ ਤੇ, ਜਾਦੂ ਦੇ ਤੌਰ ਤੇ ਦੇਖਣਾ ਚਾਹੁੰਦੇ ਹਾਂ। ਸੋ ਇੱਥੇ ਭਗਤ ਨਾਮ ਜੀ ਨੇ ਇਸ ਚੀਜ਼ ਦਾ ਪ੍ਰਮਾਣ ਇਹ ਦਿੱਤਾ ਹੈ ਕਿ ਜਿਸ ਤਰ੍ਹਾਂ ਕੋਈ ਬਿਨਾਂ ਮਤਲਬ ਗੁਰੂ ਦੇ ਗਿਆਨ ਤੋਂ ਗੱਲ ਡਿਸਕਸ਼ਨ ਕਰਨੀ ਜਾਂ ਰੱਬ ਜੀ ਤੋਂ ਬਿਨਾਂ ਗੱਲ ਕਰਨੀ ਕਿ ਨੇੜੇ ਹੈ ਕਿ ਦੂਰ ਹੈ, ਉਹ ਤਦ ਹੀ ਸਮਝ ਆ ਸਕਦੀ ਹੈ ਜੇ ਸੱਚੇ ਗੁਰੂ ਦਾ, ਸਤਿਗੁਰੂ ਦਾ ਸਾਡੇ ਕੋਲ ਬਾਣੀ ਦਾ ਗਿਆਨ ਹੋਏਗਾ। ਬਾਣੀ ਨੂੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਪਰਿਭਾਸ਼ਾ ਵਿੱਚ ਹੀ ਸਮਝਾਉਣ। ਇਹ ਤਾਂ ਹੀ 522 ਵਾਰ ਇਹ ਸ਼ਬਦ ਜਿਹੜਾ ਹੈ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ, ਔਰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਹਰ ਇੱਕ ਉਸ ਜੇ ਘਰ ਬਦਲਿਆ ਉੱਥੇ ਵੀ ਕਈ ਵਾਰੀ ਵਰਤਿਆ, ਕਿਉਂਕਿ ਉੱਥੇ ਪ੍ਰਕਰਣ ਬਦਲਦਾ, ਜਿੱਥੇ ਪ੍ਰਕਰਣ ਬਦਲਦਾ ਉੱਥੇ ਵੀ ਵਰਤਿਆ, ਜਿੱਥੇ ਗੁਰੂ ਵਿਅਕਤੀ ਨੇ ਗੱਲ ਸ਼ੁਰੂ ਕੀਤੀ ਹੈ ਜਾਂ ਭਗਤਾਂ ਨੇ ਗੱਲ ਸ਼ੁਰੂ ਕੀਤੀ ਹੈ ਜਾਂ ਆਪਣੇ ਭੱਟਾਂ ਦੀ ਬਾਣੀ ਹੈ ਉਹਦੇ ਵਿੱਚ ਵੀ ਵਰਤਿਆ। ਹਰ ਜਗ੍ਹਾ ਵਰਤਣ ਦਾ ਮਕਸਦ ਹੈ ਕਿ ਉੱਥੇ ਜਿਹੜੇ ਪ੍ਰਮਾਣ ਨੇ ਉਹ ਸਾਡੇ ਲਈ ਮਾਇਨੇ ਨਹੀਂ ਰੱਖਦੇ, ਸਾਡੇ ਲਈ ਸੈਂਟਰ ਆਈਡੀਆ ਮਾਇਨੇ ਰੱਖਦਾ ਹੈ, ਕੇਂਦਰੀ ਭਾਵ ਮਾਇਨੇ ਰੱਖਦਾ ਹੈ, ਜਿਸ ਵਿੱਚ ਭਗਤ ਨਾਮਦੇਵ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਜਿਨ ਹਰ ਪਾਇਓ ਤਿਨੇ ਛਪਾਇਓ। ਜਿਸ ਨੂੰ ਨੌਲੇਜ ਆਈ ਹੈ ਉਹ ਆਪਣੀ ਹਸਤੀ ਜਿਹੜੀ ਹੈ ਨਾ ਉਹ ਹੁਣ ਮਿਟਾ ਦਿੰਦਾ। ਉਹ ਆਪਣੇ ਆਪ ਨੂੰ ਅੱਗੇ ਨਹੀਂ ਰੱਖਦਾ ਕਿ ਮੈਨੂੰ ਨੌਲੇਜ ਆ ਗਈ ਹੈ ਤੇ ਬਾਕੀ ਸਾਰੇ ਜ਼ੀਰੋ ਹੋ ਗਏ, ਕਿਉਂਕਿ ਉਹਨੂੰ ਸਮਝ ਆਉਂਦੀ ਹੈ ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਕੋਈ ਵੀ ਬਿਨਾ ਰਾਮ ਤੋਂ ਨਹੀਂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਤੇ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਨੇ ਕਿ ਸਗਲ ਬਨਾਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਕਟ ਕਟ ਮਾਧੋ ਜੀਆ। ਇਹ ਪਰਿਭਾਸ਼ਾ ਜਿਹਦੇ ਅੰਦਰ ਵਸ ਜਾਂਦੀ, ਜਿਸ ਨੂੰ ਸਮਝ ਆਉਂਦੀ ਹੈ ਕਿ ਮੇਰੀ ਹਸਤੀ ਰੱਬ ਜੀ ਤੋਂ ਬਿਨਾਂ ਨਹੀਂ ਹੈ। ਹੁਣ ਮੇਰਾ ਕੰਮ ਸਿਰਫ ਰੱਬ ਜੀ ਦੇ ਗੁਣਾਂ ਨੂੰ ਧਾਰਨ ਕਰਕੇ ਇੱਕ ਸਚਿਆਰਾ ਮਨੁੱਖ ਬਣਨਾ, ਕਿ ਸਚਿਆਰਾ ਹੋਈਏ ਕਿ ਪੂਰੇ ਟੁੱਟੇ ਪਾਲ। ਤੇ ਉਹਦਾ ਜਵਾਬ ਹੈ ਹੁਕਮ ਰਜਾਈ ਚੱਲਣਾ ਨਾਨਕ। ਮੈਨੂੰ ਹੁਕਮ ਦੀ ਸਮਝ ਗੁਰੂ ਤੋਂ ਲੈ ਕੇ ਉਸ ਹੁਕਮ ਤੇ ਤੁਰਨਾ, ਉਸ ਰਜਾ ਵਾਲੇ ਤੇ ਜਿਸ ਨੇ ਇਹ ਹੁਕਮ ਕ੍ਰੀਏਟ ਕੀਤਾ ਹੈ, ਕ੍ਰੀਏਟਰ ਹੈ ਜਿਹੜਾ ਕਰਤਾ ਪੁਰਖ, ਜਿਸ ਨੇ ਬਣਾਇਆ ਵੀ ਹੈ ਤੇ ਹੁਕਮ ਵੀ ਲਾਗੂ ਕੀਤਾ ਹੈ ਹਰ ਜੀਵ ਦੇ ਭੋਜਨ ਦਾ, ਹਰ ਜੀਵ ਦੇ ਕਿਰਤ ਦਾ। ਹਰ ਜੀਵ ਦੀ ਕਿਰਤ ਵੱਖਰੀ ਹੈ, ਜਲ ਦੀ ਵੱਖਰੀ ਕਿਰਤ ਹੈ, ਮਛਲੀ ਦੀ ਵੱਖਰੀ ਕਿਰਤ ਹੈ,
ਪਾਣੀ ਦੀ ਕੀ ਨਾਮ ਹਵਾ ਦੀ ਵੱਖਰੀ ਕਿਰਤ ਹੈ। ਸੰਸਾਰ ਦੀ ਹਰ ਇੱਕ ਰਚਨਾ ਦੀ ਕਿਰਤ ਵੱਖਰੀ ਤੌਰ ਤੇ ਮੇਰੇ ਅਕਾਲ ਪੁਰਖ ਸਤਿਗੁਰੂ ਜੀ ਨੇ ਬਣਾਤੀ ਹੈ, ਜਿਸ ਨੂੰ ਅਸੀਂ ਸਮਝਣਾ ਹੈ। ਬਹੁਤ ਅੱਛੇ ਸੀ ਡਾਕਟਰ ਹੁਣ ਤੋਂ ਵੀ ਬਾਅਦ ਅਸੀਂ ਮਤਲਬ ਨਹੀਂ ਸਮਝ ਪਾਉਂਦੇ ਕਿ ਸਤਿਗੁਰੂ ਜੀ ਨੇ ਕਿਸ ਤਰੀਕੇ ਨਾਲ ਇਸ ਬੰਦੇ ਦੇ ਅੰਦਰ ਜੀਵਨ ਹੋਏਗਾ। ਹੁਣੇ ਕੱਲ ਪਰਸੋਂ ਇੱਕ ਬੜੇ ਪਿਆਰੇ ਕਥਾ ਸੁਣਨ ਵਾਲੇ ਪਲੇਨਵੇਂ ਗੁਰਦੁਆਰੇ ਚ ਵੀਰ ਜੀ ਆਏ ਤੇ ਰਾਤ ਨੂੰ ਮਿਲਣ ਆਏ, ਕਹਿੰਦੇ ਮਿਲਣ ਆਏ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਬ੍ਰੇਨ ਦਾ ਆਪਰੇਸ਼ਨ ਕਲੋਟ ਹੋ ਗਿਆ ਸੀ ਤੇ ਦੋਨੋਂ ਬ੍ਰੇਨ ਦੇ ਕੱਢ ਖੋਪੜੀ ਖੋਲ ਕੇ ਲਾਇਆ ਸੀ। ਮੈਂ ਕਿਹਾ ਕਿਉਂ ਹੋਇਆ? ਕਹਿੰਦੇ ਇੱਕ ਜਿਸ ਤਰ੍ਹਾਂ ਰੋਡ ਬਾਈਪਾਸ ਹੋ ਗਿਆ ਤੇ ਦੋ ਰੋਡ ਬਾਈਪਾਸ ਨਾ ਹੋਣ ਤੇ ਫਿਰ ਅਸੀਂ ਜਿਹੜੇ ਨੇ ਪਿੰਡਾਂ ਦੇ ਰਾਤ ਤੁਰਨ ਲੱਗ ਪੈਂਦੇ ਇਸ ਤਰ੍ਹਾਂ ਮੇਰੇ ਸਰੀਰ ਦੇ ਅੰਦਰ ਉਹ ਨਸਾਂ ਜਿਹੜੀਆਂ ਸਿੱਧੀਆਂ ਦਿਮਾਗ ਦੇ ਉੱਪਰ ਜਾ ਕੇ ਸ਼ਾਵਰ ਦਾ ਕੰਮ ਕਰਦੀਆਂ ਨੇ ਤੇ ਉਸ ਦੇ ਨਾਲ ਬਾਕੀ ਸਾਰੇ ਕੈਮੀਕਲ ਸਾਰੀਆਂ ਬਾਡੀ ਨੂੰ ਮਿਲਦੀਆਂ ਨੇ, ਉਹ ਨਹੀਂ ਕੰਮ ਕਰਦੀ ਸੀ ਤੇ ਉਹ ਜਵਾਨੀ ਵਿੱਚ ਜਾਂ ਬਚਪਨ ਵਿੱਚ ਨਹੀਂ ਪਤਾ ਲੱਗਿਆ, ਉਮਰ ਬਾਅਦ ਪਤਾ ਲੱਗਾ ਕਿਉਂਕਿ ਮੇਰਾ ਬਾਕੀ ਰੱਬ ਨੇ ਦੇਖੋ ਕਿੰਨਾ ਖੂਬਸੂਰਤ ਬਣਾਇਆ ਕਿ ਇੱਕ ਚੀਜ਼ ਸਾਡੀ ਖਰਾਬ ਹੁੰਦੀ ਹੈ, ਦੂਸਰੀ ਚੀਜ਼ ਸਾਡੀ ਵਰਕ ਕਰਦੀ ਹੈ। ਉਹਨਾਂ ਦੀ ਕੀਮਤ ਨਹੀਂ ਪਤਾ। ਡਾਇਲਾਈਸਿਸ ਵਾਲੇ ਨੂੰ ਪੁੱਛੋ ਕਿ ਉਸ ਦੀ ਕੀਮਤ ਕਿੰਨੀ ਹੈ, ਕਿ ਬਲੱਡ ਦੇ ਅੰਦਰ ਅੱਜ-ਕੱਲ੍ਹ ਕੰਪਿਊਟਰ ਰਾਹੀਂ ਡਾਇਲਾਈਸਿਸ ਹੁੰਦਾ ਹੈ ਤੇ ਉਹ ਕੈਮੀਕਲ ਪਾ ਕੇ ਫਿਰ ਉਹ ਅੰਦਰੋਂ ਬਹੁਤ ਸਾਰੇ ਮਟੀਰੀਅਲ ਕੱਢਿਆ ਜਾਂਦਾ ਤੇ ਸਾਡੇ ਅੰਦਰੋਂ ਰੱਬ ਜੀ ਰੋਜ਼ ਹੀ ਮਟੀਰੀਅਲ ਉਹ ਕੱਢ ਦਿੰਦੇ ਨੇ ਜਿਹੜਾ ਸਾਨੂੰ ਲੋੜ ਨਹੀਂ ਹੈ। ਜੇ ਇਸੇ ਤਰ੍ਹਾਂ ਦਿਮਾਗ ਦੇ ਅੰਦਰ ਮਨ ਦੇ ਅੰਦਰ ਇਹ ਪਾ ਦਈਏ ਕਿ ਬੁਰਾਈਆਂ ਨੂੰ ਅਸੀਂ ਕੱਢਣਾ ਤੇ ਚੰਗਾਈਆਂ ਨੂੰ ਅਸੀਂ ਵਸਾਉਣਾ ਤੇ ਰੋਜ਼ ਵੀ ਬੁਰਾਈਆਂ ਆਉਣਗੀਆਂ ਤੇ ਰੋਜ਼ ਹੀ ਸਤਸੰਗ ਕਰਕੇ ਕੱਢਣੀਆਂ ਪੈਣਗੀਆਂ, ਰੋਜ਼ ਹੀ ਬਾਣੀ ਪੜ੍ਹ ਕੇ ਸਾਨੂੰ ਠੀਕ ਕਰਨੀਆਂ ਪੈਣਗੀਆਂ। ਇਹ ਸੰਭਵ ਤੇ ਨਹੀਂ ਹੈ ਕਿ ਰੋਜ਼ ਅਸੀਂ ਖਾਣਾ ਖਾਈਏ ਤੇ ਅੰਦਰੋਂ ਮਾਲ ਨਿਕਲੇ ਨਾ, ਮਟੀਰੀਅਲ ਨਿਕਲੇ ਨਾ, ਡਿਸਪੋਜ਼ ਨਾ ਹੋਵੇ ਤੇ ਸਾਡੀ ਬੋਡੀ ਠੀਕ ਰਹਿ ਸਕਦੀ ਹੈ। ਉਹ ਤਦ ਸੰਭਵ ਆਉਂਦੀ ਹੈ ਜੇ ਕਿਸੇ ਡਾਕਟਰ ਕੋਲ ਬੈਠ ਕੇ ਜਾਂ ਜਿਹੜਾ ਬਿਮਾਰ ਹੈ ਉਸਦੇ ਕੋਲ ਬੈਠ ਕੇ ਉਸ ਦੀ ਅਵਸਥਾ ਨੂੰ ਦੇਖੋਗੇ ਤੇ ਪਤਾ ਲੱਗੇਗਾ ਕਿ ਕਿੰਨਾ ਉਂਗਲਾਂ ਦੀ ਮਹੱਤਤਾ ਹੈ, ਕਿੰਨਾ ਅੱਖਾਂ ਦੀ ਮਹੱਤਤਾ ਹੈ, ਕਿੰਨੀ। ਸੋ ਸਾਡੀ ਵਿਚਾਰ ਆਪਣੇ ਖੂਬਸੂਰਤ ਗਿਆਨ ਨੂੰ ਬਣਾਉਣ ਵਾਸਤੇ ਹੋਣੀ ਚਾਹੀਦੀ। ਉਸ ਬਾਰੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਭਗਤ ਨਾਮਦੇਵ ਜੀ ਰਾਹੀਂ ਕਹਿੰਦੇ ਨੇ, ਜਿਨ ਹਰਿ ਪਾਇਓ ਤਿਨੇ ਚ ਪਾਇਓ। ਹੁਣ ਉਹਨੇ ਆਪਣੀ ਹਸਤੀ ਮੁਕਾ ਕੇ ਉਸਨੇ ਸਿਰਫ ਹਰੀ ਦੀ ਗੱਲ ਕੀਤੀ ਹੈ, ਉਹਨੇ ਆਪਣੇ ਆਪ ਨੂੰ ਆਪਣੀ ਹਸਤੀ ਮਿਟਾਤੀ ਹੈ। ਮੈਂ ਇੱਥੇ ਇਹ ਸਮਝਦਾ ਵੈਸੇ ਪ੍ਰੋਫੈਸਰ ਸਾਹਿਬ ਜੀ ਨੇ ਵੀ ਵਿਚਾਰ ਜਿਹੜੇ ਦਿੱਤੇ ਨੇ, ਜੇ ਕੰਕਲੂਜਨ ਕੱਢੀਏ ਤੇ ਸਾਨੂੰ ਇਹੀ ਸਮਝ ਵਿੱਚ ਆ ਜਾਣਗੇ ਤੇ ਸਤਿਗੁਰੂ ਪਾਤਸ਼ਾਹ ਦੇ ਭਗਤ ਨਾਮਦੇਵ ਬਾਰੇ ਪ੍ਰੋਫੈਸਰ ਸਾਹਿਬ ਜੀ ਸਿੰਘ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸਨੇ ਆਪਣੇ ਆਪ ਨੂੰ ਲੁਕਾ ਲਿਆ ਹੈ ਤੇ ਇਹ ਨਿਰਣਾ ਨਿਕਲਦਾ ਹੈ। ਹੁਣ ਉਹ ਆਪਣੀ ਹਸਤੀ ਇੱਕ ਵੱਖਰੀ ਹਸਤੀ ਬਣਾਣੀ ਉਹਨੇ ਛੱਡ ਦਿੱਤੀ। ਅਜੇ ਤੱਕ ਅਸੀਂ ਵੱਖਰੀ ਹਸਤੀ ਬਣਾ ਰਹੇ ਸੀ ਕਿ ਅਸੀਂ ਗਿਆਨਵਾਨ ਹਾਂ, ਬੜੇ ਵੱਡੇ ਕਥਾਵਾਚਕ ਹਾਂ, ਬੜੇ ਵੱਡੇ ਕੀਰਤਨੀ ਹਾਂ, ਬੜੇ ਵੱਡੇ ਅਸੀਂ ਲੀਡਰ ਹਾਂ, ਬੜੇ ਵੱਡੇ ਧਨਵਾਨ ਹਾਂ, ਹਰ ਪੱਖ ਦੱਸੇ। ਹੁਣ ਇਹ ਢੰਡੋਰਾ ਬੰਦ ਹੋ ਗਿਆ ਔਰ ਬੰਦ ਤਦ ਹੁੰਦਾ ਹੈ ਜਦ ਸਾਡਾ ਗਿਆਨ ਜਿਹੜਾ ਹੈ ਗੁਰੂ ਦੇ ਨਾਲ ਮੈਚ ਕਰਦਾ ਹੈ, ਸਾਡੇ ਵਿਚਾਰ ਮੈਚਿੰਗ ਦੇ ਰਾਹ ਤੇ ਤੁਰਦੇ ਨੇ, ਉਸਨੂੰ ਗੁਰੂ ਮਹਾਰਾਜ ਦੇ ਵਿਚਾਰ ਦੇ ਨਾਲ ਬਰਾਬਰ ਕਦਮ ਤਾਲ ਕਰਕੇ ਤੋਰਦਾ ਹੈ, ਜਿਸ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ। ਚਾਲ ਸਾਡੀ ਕਦਮ ਦਰ ਕਦਮ। ਪਹਿਲਾਂ ਬੱਚਾ ਛੋਟਾ ਹੁੰਦਾ ਨਾ ਤੇ ਅਸੀਂ ਬੱਚੇ ਨੂੰ ਉਂਗਲ ਫੜ ਕੇ ਚਲਾਉਂਦੇ ਹਾਂ ਤੇ ਪਹਿਲਾਂ ਆਪਣੇ ਕਦਮ ਉਹਦੇ ਨਾਲ ਮਿਲਾ ਕੇ ਤੁਰਦੇ ਹਾਂ ਕਿ ਬੱਚਾ ਤੁਰ ਸਕੇ। ਗੁਰਬਾਣੀ ਜਦ ਸ਼ੁਰੂ ਹੁੰਦੀ ਹੈ, ਤੁਸੀਂ ਜਪਜੀ ਸਾਹਿਬ ਨੂੰ ਪੜ੍ਹੋ, ਹੋਰ ਬਾਣੀ ਸ਼ੁਰੂਆਤ ਵੇਲੇ ਪੜ੍ਹਨਾ ਸ਼ੁਰੂ ਕਰੋ ਗੁਰੂ ਗ੍ਰੰਥ ਸਾਹਿਬ ਤੇ ਸ਼ੁਰੂਆਤ ਵੇਲੇ ਉਹ ਸਾਡੇ ਕਦਮ ਦੇ ਨਾਲ ਕਦਮ ਮਿਲਾਉਂਦੇ ਹੋਏ ਤੁਰ ਰਹੇ ਨੇ ਤੇ ਜਦ ਅੱਗੇ ਵਿਸ਼ਾਲਤਾ ਵਿਚਾਰਾਂ ਦੀ ਆਉਂਦੀ ਹੈ ਤੇ ਫਿਰ ਸਾਨੂੰ ਉਹਨਾਂ ਦੇ ਕਦਮ ਨਾਲ, ਕਿਉਂਕਿ ਸਾਡੀ ਚਾਲ ਬਣਾਉਂਦੇ ਨੇ, ਸਾਡੀ ਉਸ ਤੋਰ ਨੂੰ ਬਣਾ ਦਿੰਦੇ ਨੇ ਕਿ ਅਸੀਂ ਗੁਰੂ ਆਪਣੇ ਪਿਤਾ ਦੇ ਕਦਮ ਦੇ ਨਾਲ ਕਦਮ ਤੋਰ ਕੇ, ਜਿਸ ਤਰ੍ਹਾਂ ਇੱਕ ਪਿਤਾ ਦੁਨਿਆਵੀ ਪਿਤਾ ਆਪਣੇ ਪੁੱਤਰ ਦੇ ਕਦਮ ਨੂੰ ਭਾਵੇਂ ਬਿਜ਼ਨਸ ਵਿੱਚ ਹੈ, ਭਾਵੇਂ ਦੁਨਿਆਵੀ ਤੌਰ ਤੇ, ਭਾਵੇਂ ਸਰੀਰਕ ਤੌਰ ਤੇ ਆਪਣੇ ਬੋਡੀ ਦੇ ਹਿਸਾਬ ਨਾਲ ਚਲਾਉਂਦਾ ਹੈ, ਮਾਂ ਆਪਣੀ ਬੋਡੀ ਦੇ ਹਿਸਾਬ ਨਾਲ ਚਲਾਉਂਦੀ ਹੈ, ਉਸੇ ਤਰ੍ਹਾਂ ਗੁਰੂ ਮਾਤਾ ਗੁਰਦੇਵ ਪਿਤਾ ਦੇ ਹਿਸਾਬ ਨਾਲ ਸਾਨੂੰ ਤੁਰਨਾ ਪਏਗਾ। ਸ਼ੁਰੂਆਤ ਵੇਲੇ ਤੇ ਹੁਣ ਬਹੁਤ ਸਾਰੀ ਉਮਰ ਹੋ ਗਈ ਸਾਡੀ ਬਾਣੀ ਪੜ੍ਹਦੇ, ਸੋ ਇਸ ਗੱਲ ਨੂੰ ਸਾਡੇ ਸਾਹਮਣੇ ਰੱਖਦਿਆਂ ਹੋਇਆਂ ਭਗਤ ਜੀ ਕਹਿੰਦੇ ਨੇ, ਹੁਣ ਜਿਹਨੂੰ ਉਸ ਬਾਰੇ ਪਤਾ ਲੱਗ ਗਿਆ
कि बाकी ते सब कुछ उसे दा बनाया, उसे दी रचना है। ਅਸੀਂ ਤੇ ਸੰਸਾਰ ਵਿੱਚ ਜਾਣਾ ਹੈ, ਅਸੀਂ ਤੇ ਇਸ ਨੂੰ ਭੋਗਣ ਆਇਆ ਤੇ ਭੋਗ ਵੀ ਉਹੀ ਰਿਹਾ ਤੇ ਉਹੀ ਸਾਨੂੰ ਪੈਦਾ ਕਰ ਰਿਹਾ। ਉਹ ਆਪੇ ਗੁਰ ਚੇਲਾ ਹੈ, ਆਪੇ ਹਰ ਪ੍ਰਭ ਚੋਜ ਵਿਡਾਨੀ। ਫਿਰ ਗੱਲ ਅਗਲੀ ਕਰਦੀ, ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਵਰ ਸਭ ਤਿਆਗ ਉਹਾਂ ਹਰ ਪਾਣੀ। ਹੁਣ ਜਦ ਤੱਕ ਅਸੀਂ ਵਿਚਾਰ ਨਹੀਂ ਮਿਲਾਉਂਦੇ ਗੁਰੂ ਦੇ ਨਾਲ, ਕਿਸ ਤਰ੍ਹਾਂ ਉਹਨੂੰ ਚੰਗੇ ਲੱਗਾਂਗੇ। ਹੁਣ ਇੱਥੇ ਮੈਟਰ ਇਹ ਕਰਦਾ ਹੋਇਆ ਸਤਿਗੁਰੂ ਜੀ ਸਾਡੇ ਸਾਹਮਣੇ ਅਗਲੀ ਗੱਲ ਜਿਹੜੀ ਰੱਖ ਰਹੇ ਨੇ, ਉਹਨੂੰ ਖੂਬਸੂਰਤ ਤਰੀਕੇ ਨਾਲ ਰੱਖਦੇ ਹੋਏ ਦੂਜੀ ਪੰਕਤੀ ਸਾਡੇ ਸਾਹਮਣੇ ਜਿਹੜੀ ਰੱਖੀ ਗਈ, ਪੰਡਤ ਹੋਏ ਕੈ ਬੇਦ ਬਖਾਨੇ। ਠੀਕ ਹੈ, ਤੁਸੀਂ ਗਿਆਨਵਾਨ ਹੋ, ਇਹ ਜ਼ਰੂਰੀ ਉਸ ਪੰਡਤ ਵਾਸਤੇ ਨਹੀਂ ਹੈ ਜਾਂ ਕੱਲੇ ਵੇਦਾਂ ਵਾਸਤੇ ਨਹੀਂ ਹੈ। ਹਰ ਇੱਕ ਧਾਰਮਿਕ ਗ੍ਰੰਥ ਵਾਲੇ ਨੂੰ ਇਹ ਸਮਝਣਾ ਪਏਗਾ ਵੀ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਦੇ ਗਿਆਨ ਦੀ ਗੱਲ ਤੇ ਕਰਦੇ ਪਏ ਹਾਂ, ਲੇਕਿਨ ਉਸ ਨੂੰ ਆਪਣੇ ਤੇ ਅਮਲ ਵੀ ਨਹੀਂ ਲਿਆ ਰਹੇ ਤੇ ਅਮਲ ਦੇ ਤਰੀਕੇ ਨੂੰ ਮਨੁੱਖਾਂ ਨੂੰ ਨਹੀਂ ਦੱਸ ਪਾ ਰਹੇ ਆਪਣੇ ਸੰਗੀ ਸਾਥੀਆਂ ਨੂੰ। ਜਿਸ ਤਰ੍ਹਾਂ ਕਬੀਰ ਜੀ ਨੇ ਕਿਹਾ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਪਾਗੇ ਰਹਾਓ। ਇਸ ਗੱਲ ਦੀ ਸਮਝ ਸਾਡੇ ਕੋਲ ਆਣੀ ਚਾਹੀਦੀ ਤੇ ਉਸ ਗੱਲ ਦੀ ਸਮਝ ਨੂੰ ਕਿੰਨੇ ਸੋਹਣੇ ਤਰੀਕੇ ਨਾਲ, ਮੈਂ ਤੇ ਕਮਾਲ ਕੀਤੀ ਹੈ ਭਗਤ ਨਾਮਦੇਵ ਜੀ ਨੇ, ਪੰਡਤ ਹੋਏ ਕੈ ਵੇਦ ਬਖਾਨੇ। ਵੇਦਾਂ ਦੀ ਗੱਲ ਤੇ ਸਾਰੇ ਕਰ ਰਹੇ ਨੇ, ਧਾਰਮਿਕ ਗ੍ਰੰਥਾਂ ਦੀ ਗੱਲ ਸਾਰੇ ਕਰ ਰਹੇ ਨੇ, ਲੇਕਿਨ ਉਹਨਾਂ ਵਾਸਤੇ ਉਹ ਲੋਕ ਮੂਰਖ ਨੇ ਜਿਹੜੇ ਰੱਬ ਦੇ ਹੁਕਮ ਵਿੱਚ ਤੁਰਨ ਦੀ ਗੱਲ ਕਰ ਰਹੇ ਨੇ, ਰੱਬ ਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਕਰ ਰਹੇ ਨੇ। ਅਖੀਰਲੀ ਪੰਕਤੀ ਦੇ ਅੰਦਰ ਬਾ ਖੂਬਸੂਰਤ ਤਰੀਕੇ ਨਾਲ ਰੱਖਦੇ ਨੇ, ਮੂਰਖ ਨਾਮ ਦਿਓ ਰਾਮੈ ਹੈ ਜਾਣ। ਮੂਰਖ ਨਾਮ ਦਿਓ ਰਾਮੈ ਹੈ ਜਾਣੇ। ਭਗਤ ਨਾਮਦੇਵ ਕਹਿੰਦੇ ਨੇ, ਇਸ ਮੂਰਖਤਾ ਨੂੰ ਛੱਡ ਕੇ ਮੈਂ ਇੱਕੋ ਗੱਲ ਆਪਣੇ ਪੱਲੇ ਬੰਦੀ ਹੈ ਕਿ ਜਿਹੜਾ ਰਮਿਆ ਹੋਇਆ ਰਾਮ ਹੈ, ਸਭ ਜਗ੍ਹਾ ਵਸਿਆ ਰਾਮ, ਘਟ ਘਟ ਵਿੱਚ ਵਸਿਆ ਰਾਮ ਹੈ, ਸਾਡੇ ਸਰੀਰ ਵਿੱਚ ਵਸਿਆ, ਬੂੰਦ ਬੂੰਦ ਵਿੱਚ ਵਸਿਆ, ਨਸਾਂ ਵਿੱਚ ਵਸਿਆ, ਹੱਡੀਆਂ ਵਿੱਚ ਵਸਿਆ, ਸਵਾਸਾਂ ਵਿੱਚ ਵਸਿਆ, ਕੋਈ ਥਾਂ ਹੀ ਨਹੀਂ ਜਿੱਥੇ ਉਹ ਨਾ ਹੋਵੇ। ਮੈਂ ਉਸ ਗੱਲ ਦੀ ਪਛਾਣ ਸੱਚੇ ਗੁਰੂ ਸ਼ਬਦ ਗੁਰੂ ਤੂੰ ਕਰ ਲਈ ਹੈ ਤੇ ਮੈਨੂੰ ਹੁਣ ਕੇਵਲ ਪਰਮਾਤਮਾ ਦੇ ਨਾਲ ਹੀ ਉਸਦੇ ਸਿਮਰਨ ਤੇ ਉਸਦੇ ਗੁਣਾਂ ਦੇ ਨਾਲ ਸਾਂਝ ਹੈ। ਕਿ ਵਿਦਿਆ ਹਾਸਲ ਕਰਨ ਦਾ ਫਾਇਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤਾਂ ਹੀ ਹੋ ਸਕਦੀ ਹੈ ਜੇ ਵਿਦਿਆ ਵਿਚਾਰ ਕੇ ਅਸੀਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਕੇ ਅਸੀਂ ਆਪਣੇ ਤੇ ਵੀ ਲਾਗੂ ਕਰੀਏ ਨਾ, ਕਿ ਗੁਰਬਾਣੀ ਪੜ੍ਹ ਕੇ ਅਸੀਂ ਕਿੰਨਾ ਕੁ ਵਿਚਾਰ ਦੇ ਉਸ ਰਾਸਤੇ ਤੇ ਤੁਰੇ ਆ, ਆਦਤ ਸੁਧਾਰਨ ਲਈ ਤੁਰੇ ਆ। ਹੁਣ ਕਿਸੇ ਨੂੰ ਅਸੀਂ ਕਹਿ ਦਿੰਦੇ ਨੇ ਇਹ ਬੁਰਾ ਸੀ, ਬੁਰਾ ਤੇ ਹਰ ਕਿਸੇ ਦੇ ਬਚਪਨ ਵਿੱਚ ਬੁਰਾਈਆਂ ਹੋਣਗੀਆਂ, ਆਉਣ ਵਾਲੇ 20 ਸਾਲ ਪਹਿਲਾਂ ਪਤਾ ਨਹੀਂ ਕਿੰਨੀਆਂ ਬੁਰਾਈਆਂ ਹੋਣਗੀਆਂ ਤੇ 20 ਸਾਲਾਂ 'ਚ ਉਹ ਬਦਲਿਆ ਵੀ ਹੋ ਸਕਦਾ, ਉਸਦੀ ਪੜਚੋਲ ਕੀਤੀ ਜਾ ਸਕਦੀ ਹੈ। ਸੋ ਸਿਰਫ ਧਾਰਮਿਕ ਪੁਸਤਕਾਂ ਦਾ ਗਿਆਨ ਸਾਨੂੰ ਅਗਲਾ ਮਾਰਗ ਨਹੀਂ ਦੇ ਸਕਦਾ, ਉਹ ਸਾਨੂੰ ਉਸ ਤੇ ਤੁਰਨ ਦੇ ਕੁਝ ਪੁਆਇੰਟਸ ਦੇ ਸਕਦਾ ਹੈ, ਕੁਝ ਸਾਨੂੰ ਰਾਸਤੇ ਦੇ ਸਕਦੇ ਨੇ। ਗੁਰਬਾਣੀ ਸਾਨੂੰ ਸੱਚਾ ਮਾਰਗ ਉਂਗਲ ਪਕੜ ਕੇ ਅੱਗੇ ਤੋਰਦੀ ਹੈ। ਬਾਕੀ ਕਹਾਣੀਆਂ ਜਿਹੜੀਆਂ ਨੇ ਉਹ ਸਿਰਫ ਕੁਝ ਸੰਕੇਤ ਦਿੰਦੀਆਂ ਨੇ ਤੇ ਉਹ ਸੰਕੇਤ ਵਿੱਚ ਕਈ ਵਾਰੀ ਬੰਦਾ ਫਸ ਜਾਂਦਾ ਹੈ। ਜਿਸ ਤਰ੍ਹਾਂ ਜਿਸ ਚੁਰਾਹੇ ਦੇ ਉੱਪਰ ਸਟੋਨ ਮਾਈਲ ਨਾ ਹੋਵੇ ਤੇ ਉੱਥੇ ਸਾਨੂੰ ਨਹੀਂ ਪਤਾ ਲੱਗੇਗਾ ਇਹ ਰਾਸਤਾ ਕਿਹੜੇ ਸ਼ਹਿਰ ਨੂੰ ਜਾ ਰਿਹਾ, ਇਹ ਰਾਸਤਾ ਕਿਹੜੇ ਸ਼ਹਿਰ ਨੂੰ ਜਾ ਰਿਹਾ। ਅਸੀਂ ਜਾਣਾ ਹੋਵੇ ਦਿੱਲੀ ਨੂੰ ਤੇ ਚਲੇ ਜਾਈਏ ਅਸੀਂ ਦੂਸਰੇ ਮਾਰਗ ਨੂੰ ਤੇ ਫਿਰ ਤੇ ਗਲਤ ਹੋ ਜਾਏਗਾ। ਇਸ ਕਰਕੇ ਸਟੋਨ ਮਾਈਲ ਗੁਰਬਾਣੀ ਦਾ ਕੰਮ, ਗੁਰਬਾਣੀ ਹੈ ਔਰ ਉਸ ਜਿਹੜਾ ਲਿਖਿਆ ਹੋਇਆ ਹੈ ਉਹ ਉਂਕਰ ਦਿੱਤਾ ਸਾਡੇ ਮਨ ਦੇ ਉੱਪਰ ਜਦ ਅਸੀਂ ਪੜ੍ਹਦੇ ਹਾਂ, ਸਾਡੀ ਐਸੀ ਸਿਲਾ ਲੇਖ ਗੁਰਬਾਣੀ ਬਣਾ ਦਿੰਦੀ ਹੈ ਕਿ ਅਸੀਂ ਉਸ ਤੋਂ ਬਾਹਰ ਨਹੀਂ ਜਾਣਾ ਤੇ ਨਾ ਹੀ ਜਾਣਾ ਤੇ ਨਾ ਹੀ ਕਿਸੇ ਨੂੰ ਇਸ ਤੋਂ ਉਲਟ ਕੁਝ ਦੱਸਣਾ ਹੈ। ਸੋ ਇੰਨੀ ਸੇਵਾ ਪ੍ਰਵਾਨ ਕਰਨੀ, ਬਾਣੀ ਪੜ੍ਹਦਿਆਂ ਵਿਚਾਰ ਪੇਸ਼ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਕੇ ਖਿਮਾ ਕਰਨਾ। ਤੁਸੀਂ ਸਾਰੇ ਬਹੁਤ ਵਿਦਵਾਨ ਹੋ ਤੇ ਮੈਂ ਤੇ ਤੁਛ ਵਿਚਾਰਾਂ ਦਾ ਬੰਦਾ ਆਪ ਜੀ ਦੇ ਨਾਲ ਵਿਚਾਰ ਕਰ ਰਿਹਾ ਸੀ। ਸੋ ਮੇਰੀਆਂ ਭੁੱਲਾਂ ਬਖਸ਼ ਕੇ ਆਪ ਸਾਰੇ ਗੁਰਬਾਣੀ ਦੇ ਸਹੀ ਜਿਹੜੇ ਕੀਮਤੀ ਫੁੱਲ ਨੇ, ਹੀਰੇ ਜਵਾਹਰਾਤ ਨੇ, ਉਹਨਾਂ ਨੂੰ ਕਲੈਕਟ ਕਰੋ ਤੇ ਕੀਮਤੀ ਆਪ ਜੀ ਦੀਆਂ ਵਿਚਾਰਾਂ ਦੀ ਉਡੀਕ ਵਿੱਚ ਮੈਂ ਵਰਿੰਦਰਪਾਲ ਸਿੰਘ ਸਾਰੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।